ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਐਸਾ ਨਾਮ ਰਤਨ ਅਨਮੋਲਕ ਪੁਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇਸ਼ ਪਾਇਆ। ਐਸਾ ਨਾਮ ਰਤਨ ਨਿਰਮੋਲਕ ਪੁਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇਸ਼ ਪਾਇਆ। ਹਰ ਗੁਣ ਕਹਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ। ਹਰ ਗੁਣ ਕਹਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ। ਰਸਨਾ ਰਮਤ ਸੁਣਤ ਸੁਖ ਸਰਵਣਾ ਚਿਤ ਚੇਤੈ ਸੁਖ ਹੋਈ। ਕਉ ਭੀਖਣ ਦੋਇ ਨੈਣ ਸੰਤੋਖੈ ਜਾਂ ਦੇਖਾਂ ਤਾਂ ਸੋਈ। ਰਸਨਾ ਰਮਤ ਸੁਣਤ ਸੁਖ ਸਰਵਣਾ ਚਿਤ ਚੇਤੈ ਸੁਖ ਹੋਈ। ਕਉ ਭੀਖਣ ਦੋਇ ਨੈਣ ਸੰਤੋਖੈ ਜਾਂ ਦੇਖਾਂ ਤਾਂ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕੀਤੀ ਸੀ ਮੈਂ ਟੈਕਸਟ ਦੇ ਵਿੱਚ ਕੱਲ ਕੇ what should we be doing ਤੇ ਉਹਦੇ ਚ ਫਿਰ ਆਇਆ ਸੀ ਭਈ to rejuvenate we should do, ਕਿਉਂਕਿ ਗਰਾਰੀਆਂ ਨਹੀਂ ਤੇ ਢਿੱਲੀਆਂ ਪੈ ਜਾਂਦੀਆਂ ਨਾ। ਸੋ ਅੱਜ ਦਾ ਅਸੀਂ ਸ਼ਬਦ ਮੈਂ ਪਾਤਾ ਸੀ। ਇਹ ਛੰਤ ਹੈ, ਇਹਦੇ 4 ਸਟੈਂਜ਼ਾਸ ਨੇ ਤੇ I will request ਕਿ ਜੇ ਕੋਈ ਵੀਰ ਭੈਣ ਇੱਕ ਇੱਕ ਸਟੈਂਜ਼ਾ ਪੜ੍ਹੀ ਜਾਏ ਤੇ ਫਿਰ ਆਪਾਂ ਉਹਦੀ ਗੱਲ ਕਰੀਏ। ਪਹਿਲੀ ਗੱਲ ਕਿ ਆਪ ਜੀ ਦੇ ਵਿੱਚੋਂ ਕਿਸੇ ਨੇ ਆਈ ਬਾਲ ਕੀਤਾ? ਹਾਂਜੀ 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 ਠੀਕ ਹੈ, ਚਲੋ। ਸੋ ਫਿਰ ਕੋਈ ਕਰੇਗਾ ਪਹਿਲਾ ਸਟੈਂਜ਼ਾ ਪਲੀਜ਼? 4 ਸਟੈਂਜ਼ੇ ਨੇ, please prepare yourself so that we don't have to wait for asking, keep on asking. ਚਲੋ ਮੈਂ ਕਰਨੀ ਆ। ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਵੋ ਸੰਤ ਜਨੋ ਗੁਣ ਗਾਵੋ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਸੌਰੀ ਸਤਿੰਦਰ ਜੀ, ਹਾਂਜੀ ਗੁਣ ਗਾਵੈ। ਹਾਂਜੀ ਨਾ ਜਿਹੜਾ ਹਾਹਾ ਏ ਹਾਂ ਉਹ ਕਿਉਂਕਿ ਮੁਕਤਾ ਏ, ਜਦੋਂ ਵੀ ਹਾਹਾ ਮੁਕਤਾ ਏ ਵਿਆਕਰਨ ਦੇ ਮੁਤਾਬਕ ਗੁਣ ਗਾਵਾ, ਜਿਸ ਤਰ੍ਹਾਂ ਗਾਵਾਂ ਜਾਂ ਗਾਵੇਂ, ਕਿਉਂਕਿ ਅਸੀਂ ਪਲੂਰਲ ਹੈ। ਆਵੋ ਸੰਤ ਜਨੋ, ਆਓ ਬਈ ਸੰਤ ਜਨੋ ਆਓ ਗੁਣ ਗਾਵੇਂ, ਫਿਰ ਆਪਾਂ ਏਦਾਂ ਪੜ੍ਹ ਲਾਂ ਗੁਣ ਗਾਵੇਂ ਕਿ ਗੁਣ ਗਾਵਾ, ਗੁਣ ਗਾਵੇਂ ਕਿ ਗੁਣ ਗਾਵਾਂ। ਮੈਂ ਦੱਸਿਆ ਕਿ ਨਹੀਂ, ਇੱਥੇ ਗਾਵੇਂ ਪੜਾਂਗੇ, ਪਰ ਜਦੋਂ ਹਾਹਾ ਮੁਕਤਾ ਹੋਵੇ ਤੇ ਉਹ ਕੰਨੇ ਦੀ ਆਵਾਜ਼ ਵੀ ਦਿੰਦਾ। So we have to go in accordance with the pretext.
ਦੱਸੋ ਫਿਰ ਪੜੋ ਇੱਕ ਵਾਰੀ ਗੁਣ ਆਵੋ ਸੰਤ ਜਨੋ ਗੁਣ ਗਾਵੇਂ ਗੋਬਿੰਦ ਕੇਰੇ ਗੁਣ ਰਾਮ। ਅਸੀਂ ਸਾਰੇ ਗੁਣ ਗਾਵੀਏ। ਗੁਣ ਗਾਵੇਂ ਓਕੇ। ਆਵੋ ਸੰਤ ਜਨੋ ਗੁਣ ਗਾਵੇਂ ਗੋਬਿੰਦ ਕੇਰੇ RAM। ਗੁਰਮੁਖ ਮਿਲ ਰਹੀ ਹੈ ਕਰ ਵਾਜੇ ਸ਼ਬਦ ਕਨੇਰੇ RAM। ਸ਼ਬਦ ਕਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ ਸਭ ਥਾਈ ਤੇਰੇ। ਸ਼ਬਦ ਕਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ। ਹਰ ਪ੍ਰਭ ਤੇਰੇ ਹੈ ਭੈਣ ਜੀ। ਹਾਂਜੀ ਇੱਥੇ ਲਿਖਿਆ ਸ਼ਬਦ ਕਨੇਰੇ ਹਰ ਪ੍ਰਭ ਨੇਰੇ ਲਿਖਿਆ ਹੋਇਆ ਹੈ। ਹਾਂ ਨੇਰੇ ਹੈ ਜੀ। ਤੁਹਾਡਾ ਭਲਾ। ਤੇਰੇ ਹੈਗਾ ਸਾਡੇ ਉਹਦੇ ਵਿੱਚ ਤੇ ਅੱਛਾ ਮੇਰੇ ਵਿੱਚ ਨਾ ਮੇਰੇ ਨੰਨਾ ਕੋਲ ਲਿਖਿਆ ਤੇਰੇ ਹੋਇਆ ਹੈ। ਕਿਹੜੀ ਐਪ ਹੈ ਤੁਹਾਡੀ? ਮੇਰੇ ਕੋਲ ਹੈਗੀ ਹੈ ਮੇਰੇ ਕੋਲ ਜਿਹੜੀ ਹੈਗੀ ਹੈ ਨਾ ਉਹ ਹੈਗੀ ਹੈ ਆਈ ਡੋਨਟ ਨੋ ਇਸ ਵਕਤ ਤੁਹਾਨੂੰ ਨਿਕਲ ਨਹੀਂ ਸਕਦੀ। ਇੱਕ ਕੁਝ ਹੈਗੀ ਹੈ ਕੋਈ ਸਾਈਟ ਹੈਗੀ ਹੈ ਸੁਪਰ ਇੱਥੇ ਨੇਰੇ ਲਿਖਿਆ ਹੋਇਆ। ਆਈ ਗੁਰਬਾਣੀ ਤੇ ਨੇਰੇ ਆਈ ਗੁਰਬਾਣੀ ਹਾਂਜੀ ਹਾਂਜੀ ਉਸ ਦੇ ਨੇਰੇ ਲਿਖਿਆ ਹੋਇਆ। ਮਨਜੀਤ ਤੁਹਾਡੇ ਕੋਲ ਵੀ ਹੋਈ ਹੈ? ਇੱਕ ਮਿੰਟ ਨੇਰੇ ਲਿਖਿਆ ਹਾਂਜੀ ਮੇਰੀ ਆਈ ਗੁਰਬਾਨੀ ਹੈ ਉਸ ਦੇ ਉੱਤੇ ਨੇਰੇ ਹੈ। ਹਾਂ ਆਈ ਗੁਰਬਾਣੀ ਉਹਦੇ ਉੱਤੇ ਨੇਰੇ। ਹਾਂਜੀ ਉਹਦੇ ਚ ਠੀਕ ਹੈ। ਇਟਸ ਕਨਫਿਊਜ਼ਨ। ਯੂ ਹੈਵ ਟੂ ਲੁੱਕ ਇਨਟੂ ਦ ਤੇਰੇ ਗੁਰੂ ਗ੍ਰੰਥ। ਹਾਂਜੀ ਤੁਸੀਂ ਨੇਰੇ ਪੜੋ ਜੀ। ਸ਼ਬਦ ਕਨੇਰੇ ਹਰ ਪ੍ਰਭ ਮੇਰੇ ਤੂੰ ਕਰਤਾ ਸਭ ਥਾਈ। ਵੀ ਕੈਨਟ ਹੈਲਪ। ਹਾਂਜੀ ਨੇੜੇ ਪੜਾ ਫਿਰ। ਹਾਂਜੀ ਤੁਹਾਡੇ ਕੋਲ ਲਿਖਿਆ ਹੋਇਆ ਤੇ ਤੁਸੀਂ ਉਹੀ ਪੜੋਗੇ ਨਾ ਭੈਣ ਜੀ। ਉਹ ਮੈਂ ਤਾਂ ਉਹੀ ਪੜ੍ਹਨੀ ਪਈ ਆ ਸ਼ਬਦ ਕਨੇਰੇ ਹਾਂਜੀ ਸੌਰੀ ਕਿਉਂਕਿ ਮੇਰੇ ਕੋਲ ਤੇਰੇ ਹੈਗਾ ਸੀਗਾ ਨਾ। ਅੱਛਾ ਮੇਰੇ ਕੋਲ ਚਲੋ ਸ਼ਬਦ ਕਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ ਸਭ ਥਾਈ। ਅਹਨਿਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵ ਲਾਈ। ਸਾਚ ਸ਼ਬਦ ਕਹਿਣਾ ਕਿ ਸ਼ਬਦ ਕਹਿਣਾ? ਸ਼ਬਦ। ਸਾਚ ਸ਼ਬਦ ਲਿਵ ਲਾਈ। ਅੰਦਿਨ ਸਹਿਜ ਰਹੇ ਰੰਗ ਰਾਤਾ RAM ਨਾਮ ਰਿਦ ਪੂਜਾ। ਨਾਨਕ ਗੁਰਮੁਖ ਏਕ ਪਛਾਨੇ ਅਵਰ ਨ ਜਾਣੇ ਦੂਜਾ। ਜਾਣੇ ਅਵਰ ਨ ਅਰਥ ਕਰੋਗੇ? ਜਾਣੇ ਦੂਜਾ। ਅਰਥ ਕਰੋਗੇ? ਹਾਂਜੀ ਸਤਿੰਦਰ ਜੀ ਐਕਸਪਲੇਨ ਕਰੋਗੇ? ਨਹੀਂ ਐਕਸਪਲੇਨ ਤਾਂ ਨਹੀਂ ਮੈਂ ਪੜਾਂਗੀ ਤੁਸੀਂ ਐਕਸਪਲੇਨ ਕਰੋ। ਕੋਈ ਹੋਰ ਪੀਰ ਭੈਣ? ਓਕੇ ਚਲੋ ਆਵੋ ਕਹਿੰਦੇ ਹੇ ਸੰਤ ਜਨੋ। ਹਾਂਜੀ ਕੋਈ ਚਲੋ ਗੱਲ ਮੈਂ ਨਹੀਂ। ਕਰਨੀ ਆ। ਓਕੇ ਆਵੋ ਹੇ ਸੰਤ ਜਨੋ ਆਓ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ। ਹੇ ਸੰਤ ਜਨੋ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਚਰਨਾਂ ਵਿੱਚ ਜੁੜੇ ਰਹਿਣਾ ਚਾਹੀਦਾ ਹੈ। ਪ੍ਰਭੂ ਚਰਨਾਂ ਵਿੱਚ ਜੁੜਨ ਦੀ ਬਰਕਤ ਨਾਲ ਹਿਰਦੇ ਘਰ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਹੇ ਪ੍ਰਭੂ ਜਿਉਂ-ਜਿਉਂ ਤੇਰੀ ਸਿਫਤ ਸਲਾਹ ਦੇ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਪ੍ਰਭਾਵ ਪਾਉਂਦੇ ਹਨ ਤਿਉਂ-ਤਿਉਂ ਉਸਨੂੰ ਸਭ ਥਾਈਂ ਵਸਦਾ ਦਿਸਦਾ ਹੈ। ਹੇ ਪ੍ਰਭੂ ਮੇਰੇ ਉੱਤੇ ਵੀ ਮਿਹਰ ਕਰ। ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾ। ਮੈਂ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਾ। ਮੈਂ ਤੇਰੀ ਸਦਾ ਥਿਰ ਸਿਫਤ ਸਲਾਹ ਵਿੱਚ ਸੁਰਤ ਜੋੜੀ ਰੱਖਾਂ। ਅੰਦਿਨ ਸਹਿਜ ਰਹੇ ਰੰਗ ਰਾਤਾ RAM ਨਾਮ ਰਿਦ ਪੂਜਾ। ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਉਂਦਾ ਹੈ ਭਾਵ ਹਰ ਵੇਲੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਉਹ ਮਨੁੱਖ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਨਾਨਕ ਗੁਰਮੁਖ ਏਕ ਪਛਾਨੇ ਅਵਰ ਨ ਜਾਣੇ ਦੂਜਾ। ਇਹ ਸੰਤ ਜਨੋ ਆਓ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ। ਹੇ ਸੰਤ ਜਨੋ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਚਰਨਾਂ ਵਿੱਚ ਜੁੜੇ ਰਹਿਣਾ ਚਾਹੀਦਾ ਹੈ। ਪ੍ਰਭੂ ਚਰਨਾਂ ਵਿੱਚ ਜੁੜਨ ਦੀ ਬਰਕਤ ਨਾਲ ਹਿਰਦੇ ਘਰ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਹੇ ਪ੍ਰਭੂ ਤੇਰੀ ਸਿਫਤ ਸਲਾਹ ਦੇ ਸ਼ਬਦ ਮਨੁੱਖ ਦੇ ਹਿਰਦੇ ਪ੍ਰਭਾਵ ਪਾਉਂਦੇ ਹਨ ਤਿਉਂ-ਤਿਉਂ ਤੂੰ ਉਸਨੂੰ ਸਭ ਥਾਈਂ ਵਸਦਾ ਦਿਸਦਾ ਹੈ। ਹੇ ਪ੍ਰਭੂ ਮੇਰੇ ਉੱਤੇ ਵੀ ਤੁਸੀਂ ਅੱਗੇ ਮਿਹਰ ਚਲੇ ਗਏ। ਦੈਟਸ ਇਟ। ਪਹਿਲਾ ਸਟੈਂਜ਼ਾ ਖਤਮ। ਤੁਸੀਂ ਸਿਰਫ ਪੜ੍ਹ ਰਹੇ ਹੋ ਇਸ ਕਰਕੇ ਪਤਾ ਨਹੀਂ ਲੱਗਦਾ। ਦੈਟਸ ਫਾਈਨ ਵੈਰੀ ਗੁੱਡ। ਓਕੇ ਦੇਖੋ ਜਦੋਂ ਅਸੀਂ ਸਾਰੇ ਪੜ੍ਹੇ ਲਿਖੇ ਆ ਨਾ ਸੋ ਵੀ ਨੀਡ ਟੂ ਰਿਲੇਟ ਅਸੀਂ ਕੀ ਪੜ੍ਹ ਰਹੇ ਹਾਂ।
ਜਿਸ ਤਰ੍ਹਾਂ ਲਾਸਟ ਲਾਈਨ ਦੇ ਵਿੱਚ ਅਵਰ ਨਾ ਜਾਣੈ ਨਹੀਂ ਹੈ, ਉਹ ਨੰਨਾ ਨਹੀਂ ਹੈ, ਉਹ ਅਣਾਣਾ ਹੈ। ਪਛਾਣੈ ਨਹੀਂ ਹੈ, ਪਛਾਣੈ ਹੈ। ਸਪੈਲਿੰਗਸ, ਸੋ ਵੀ ਨੀਡ ਟੂ ਚੈੱਕ ਇਟ ਆਊਟ। ਇਸ ਚਲੋ ਤੇਰੇ ਤੇ ਨੇਰੇ ਦੀ ਸਾਡੇ ਕੋਲ ਮੁਗਾਲਤਾ ਹੈ, ਵੀ ਕੈਂਟ। ਜੇ ਪ੍ਰਭਜੀਤ ਸਿੰਘ, ਜੇ ਤੁਸੀਂ ਸਾਡੇ ਕੋਲ ਅਪਰੋਚ ਹੋਵੇ ਤੇ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਤੇ ਇਸ ਪੇਜ ਨੰਬਰ ਤੇ ਜਾ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਐਪ ਹੋਵੇ ਤੇ ਤੇਰੇ ਹੈ ਵੀਰ ਜੀ, I was just checking। ਪ੍ਰਭ ਤੇਰੇ ਹੈ। ਅੱਛਾ I just ਤੇਰੇ ਹੈ, ਤੇਰੇ ਹੈ ਜੀ, ਠੀਕ ਹੈ, ਤੇਰੇ ਹੈ। ਤੇਰੇ ਹੈ ਕਿਉਂਕਿ ਤੇਰੇ ਜੱਚਦੀ ਹੈ ਗੱਲ, ਇਸ ਪੋਥੀਆਂ ਵਿੱਚ ਵੀ ਕਰਕੇ ਤੇਰੇ ਹਾਂਜੀ ਪਰ ਤੇਰੇ ਪ੍ਰਭੂ। ਸਹੀ word ਹਾਂ ਹੈ। ਪੋਥੀਆਂ ਚੋਂ ਲੱਭ ਸਕਦੇ ਸੀ ਆ, ਠੀਕ ਹੈ, ਚਲੋ ਹਾਂਜੀ ਠੀਕ ਹੈ। ਹਾਂ, ਕਿਤੇ Okay, ਕਹਿ ਰਹੇ ਕਿਤੇ so- ਤੇਰੇ ਹੈ। ਹਾਂਜੀ, ਸੋ ਜਦੋਂ ਅਸੀਂ ਕਹਿੰਦੇ ਆ ਆਵੋ, ਹੁਣ ਇੱਥੇ ਹੈਗਾ ਆਵੋ। ਜੇ ਅਸੀਂ ਇਹਨੂੰ ਆਵੋ ਪੜ੍ਹਦੇ ਆ ਤੁਸੀਂ ਤੇਰੇ ਹੈ ਤੇ ਜੀ। ਵੱਵੇ ਨੂੰ ਅਸੀਂ ਉਹ ਦੀ ਮਾਤਰਾ ਲਾਉਂਦੇ ਆ। ਫਰਕ ਕੋਈ ਨਹੀਂ ਉਹਦੇ ਚ ਅਰਥਾਂ ਚ, ਪਰ ਸਪੈਲਿੰਗਸ ਗਲਤ ਪੜ੍ਹਦੇ ਆ। ਮੈਂ ਨਾਲ ਇਹ ਵੀ ਦੱਸਾਂਗਾ ਵੀ ਜਿੱਥੇ ਜਿੱਥੇ ਅਰਥ ਦੇ ਅਨਰਥ ਹੋਣਗੇ। ਆਵੋ ਸੰਤ ਜਨੋ ਗੁਣ ਗਾਵੇਂ ਗੋਵਿੰਦ ਕੇਰੇ ਰਾਮ। ਭਈ ਆਓ ਗੁਰਮੁਖੋ, ਸੰਤ ਜਨੋ, ਸਤਸੰਗੀਓ, ਗੁਰੂ ਦੇ ਪਿਆਰਿਓ। ਜਿਸ ਤਰ੍ਹਾਂ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉਦਾਂ ਗੁਣ ਗਾਵੇਂ ਗੋਵਿੰਦ ਕੇਰੇ ਰਾਮ। ਆਓ ਅਸੀਂ ਸਾਰੇ ਮਿਲ ਕੇ ਗੁਣ ਗਾਈਏ। ਮੈਂ ਸੋਚਾਂ ਕਿ ਜਦੋਂ ਮੈਂ ਆਪਾਂ ਇਸ ਆਨਲਾਈਨ ਕਲਾਸ ਕਹਿ ਲੈਂਦੇ ਹਾਂ, ਆਪਾਂ ਇਹਨੂੰ ਆਨਲਾਈਨ ਮੀਟਿੰਗ ਕਹਿ ਲੈਂਦੇ ਹਾਂ, ਜਦੋਂ ਆਪਾਂ ਇਹਦੇ ਚ ਜੁੜਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਜੇ ਗੁਰਦੁਆਰੇ ਜਾਂਦੇ ਹਾਂ ਤੇ ਉੱਥੇ ਵੀ ਗੁਰੂ ਦੇ ਗੁਣ ਗਾਣ ਹੀ ਜਾਂਦੇ ਹਾਂ। ਪਰ ਇਫ ਆਈ ਰੈਟਰੋਸਪੈਕਟ, ਜਾਂ ਜਿੱਦਣ ਮੈਂ ਗਿਆ ਹੋਵਾਂ ਉਦਣ ਮੈਂ ਇੰਟਰੋਸਪੈਕਟ ਕਰਾਂ ਕਿ ਭਾਈ ਮੈਂ ਗੁਣ ਗਾ ਰਿਹਾ। ਜੇ ਮੈਂ 4 ਘੰਟੇ ਗੁਰਦੁਆਰੇ ਚ ਬਿਤਾਏ ਨੇ ਤੇ ਕੀ ਮੈਂ 4 ਘੰਟੇ ਗੁਣ ਗਾਏ ਨੇ? ਜੇ ਮੈਂ 1.5 ਘੰਟਾ ਇਸ ਕਲਾਸ ਚ ਲਗਾਇਆ ਤੇ ਕੀ ਮੈਂ 1.5 ਘੰਟਾ ਗੁਣ ਗਾਏ? ਅਰਥ ਕਰ ਰਹੇ ਹਾਂ, ਅਸੀਂ ਪੜ ਰਹੇ ਹਾਂ, ਪਰ ਜੇ ਸਾਡਾ ਧਿਆਨ ਹੋਰ 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 ਹੋਰ, ਮੈਂ ਨਹੀਂ ਦੇਖ ਸਕਦਾ ਕਿ ABCG ਦਾ ਧਿਆਨ ਕਿੱਥੇ ਹੈ। ਪਰ ਤੁਸੀਂ ਆਪਣੀ ਆਪਣੀ ਥਾਂ ਤੇ ਝਾਤੀ ਮਾਰ ਕੇ ਇਹ ਜੱਜ ਕਰ ਸਕਦੇ ਹੋ, ਅਸਰਟੇਨ ਕਰ ਸਕਦੇ ਹੋ ਕਿ ਮੇਰਾ ਧਿਆਨ ਕਿੱਥੇ ਹੈ। ਹੁੰਦਾ ਕੀ ਪਿਆ? ਅਸੀਂ ਉਹਨੇ ਜਪਜੀ ਦੀਆਂ ਸੁਣਿਆਂ ਦੀਆਂ ਕੀਤੀਆਂ ਸੀ ਪੌੜੀਆਂ। ਇੱਕ ਤਾਂ ਮੈਂ ਬੇਨਤੀ ਕਰਨੀ ਸੀ ਔਨ ਦਾ ਸਾਈਡ ਨੋਟ ਕਿ ਜਿਹੜੇ ਇਸ ਕਲਾਸ ਚ ਪਾਰਟਿਕੂਲਰਲੀ ਸਤਿੰਦਰ ਭੈਣ ਜੀ ਐਂਡ ਵੀਨਾ ਜੀ ਐਂਡ ਮਨਜੀਤ ਜੀ, ਜੇ ਤੁਸੀਂ ਆਉਂਦੇ ਹੋ ਮੰਗਲ ਦੀ ਕਲਾਸ ਚ ਤੇ ਆਇਆ ਕਰੋ, ਬਹੁਤ ਵਧੀਆ, ਧੰਨਵਾਦ। ਜੇ ਨਹੀਂ ਆਉਂਦੇ ਤੇ ਉਦਮ ਕਰੋ ਭਈ ਆਇਆ ਕਰੋ, ਕਿਉਂਕਿ ਇਹ ਸਮਾਂ ਨਹੀਂ ਜੇ ਆਉਣਾ। ਇਹ ਹੁਣ ਛੋਟੀ ਬੱਚੀ ਬੈਠੀ ਹੈ, ਇਹਨੂੰ ਹੁਣ ਕੁਛ ਨਹੀਂ ਪਤਾ, ਪਰ ਇਹਨੇ ਜਿਹੜਾ ਸ਼ੁਰੂ ਦੇ ਵਿੱਚ ਉਹ ਮੂਲ ਮੰਤਰ ਪੜ੍ਹ ਲਿਆ, ਇਹ ਲੇਖੇ ਲੱਗ ਗਿਆ। ਕਿਉਂਕਿ ਹਰ ਹਰ ਜਪਦੇ ਖਿਨ ਢਿਲਣਾ ਕੀਚੇ ਮੇਰੀ ਜ਼ਿੰਦੜੀ ਏ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ, ਪਰ ਅਸੀਂ ਤੇ ਸਾਰੇ ਹੀ ਸਾਹ ਗਵਾ ਦਿੰਦੇ ਹਾਂ। ਮੈਂ ਸੋਚਾਂ ਤੇ ਸੋ ਜਦੋਂ ਮੈਂ ਪੜ੍ਹਦਾ ਪਿਆ ਹੁਣ, ਆਵੋ ਸੰਤ ਜਨੋ ਗੁਣ ਗਾਵੇਂ ਗੋਵਿੰਦ ਕੇਰੇ ਰਾਮ। ਗੋਵਿੰਦ ਕੌਣ ਹੈ? ਮੇਰਾ ਰਾਲ। ਕੀ ਮੈਂ ਮਾਲਕ ਦੇ ਗੁਣ ਗਾਉਣਾ ਵਾ? ਪਹਿਲੀ ਗੱਲ, ਆਪਾਂ ਜਦੋਂ ਜਪਜੀ ਚ ਪੜ੍ਹਦੇ ਹਾਂ, ਸੁਣਿਆ ਵੀ ਅਸੀਂ ਸੁਣਦੇ ਹਾਂ। ਉਸ ਤੋਂ ਪਹਿਲਾਂ ਇੱਕ ਸਟੈਪ ਹੈ ਪੜ੍ਹਦੇ ਹਾਂ। ਸਾਡੀ ਕਿਹੜੀ ਕਿਹੜੀ ਐਕਸ਼ਨਸ ਨੇ ਰੱਬ ਦੇ ਗੁਣਾਂ ਦੇ? ਅਸੀਂ ਸਭ ਤੋਂ ਪਹਿਲੇ ਪੜ੍ਹਦੇ ਹਾਂ, ਫਿਰ ਅਸੀਂ ਸੁਣਦੇ ਹਾਂ। ਸੁਣਨ ਦੇ ਵਿੱਚ ਅਸੀਂ ਕੀਰਤਨ, ਕਥਾ, ਇਹ ਸੁਣਦੇ ਹਾਂ। ਸੁਣ ਕੇ ਸਾਨੂੰ ਚਾਹੀਦਾ ਅਸੀਂ ਸਮਝੀਏ। ਜੇ ਸਮਝ ਨਹੀਂ ਆਈ ਤੇ ਸਾਨੂੰ ਸੁਣੇ ਦਾ ਕੀ ਫਾਇਦਾ ਹੋਏਗਾ? ਅਸੀਂ ਬੱਚਿਆਂ ਨੂੰ ਰੋਜ਼ ਡਾਂਟਦੇ ਹਾਂ ਵੀ ਤੈਨੂੰ ਕਹਿ ਕੇ ਭੇਜਿਆ ਸੀ ਤੂੰ, ਫੇਰ ਉਹ ਕਹਿੰਦਾ ਜੀ ਮੈਂ ਭੁੱਲ ਗਿਆ। ਭੁੱਲਿਆ ਇਸ ਕਰਕੇ ਕਿ ਤੇਰਾ ਧਿਆਨ ਨਹੀਂ ਸੀ।
ਸੋ ਫਿਰ ਮੈਂ ਸਮਝਿਆ ਕੋਈ ਨਹੀਂ। ਜੇ ਸਮਝਣਾ ਹੈ ਤੇ ਉਸ ਤੋਂ ਬਾਅਦ ਫਿਰ ਮਨਨ ਤਾਂ ਹੋਏਗਾ। ਮੈਂ ਮੰਨਣਾ ਤਾਂ ਸ਼ੁਰੂ ਕਰਾਂਗਾ ਜੇ ਮੈਨੂੰ ਸਮਝ ਆਈ ਹੈ। ਤੇ ਜੇ ਮੈਨੂੰ ਸਮਝ ਹੀ ਨਹੀਂ, ਹੁਣੇ ਆਪਾਂ ਪੜ੍ਹਿਆ ਨੇਰੇ ਤੇ ਤੇਰੇ, ਹੁਣ ਜੋ ਲਿਖਿਆ ਸੀ ਪੜ੍ਹ ਲਿਆ, ਕਨਫਰਮ ਹੋ ਗਿਆ ਤੇਰੇ। ਹੁਣ ਅਸੀਂ ਉਹਦੇ ਹਿਸਾਬ ਨਾਲ ਉਹਦੇ ਅਰਥ ਕਰਾਂਗੇ। ਫੇਰ ਸਾਨੂੰ ਸਮਝ ਆਏਗੀ ਕਿ ਮਤਲਬ ਕੀ। ਹੁਣੇ ਅਸੀਂ ਪੜ੍ਹਿਆ ਸੀ, ਆਵੋ ਸੰਤ ਜਨੋ ਗੁਣ ਗਾਵੇਂ ਗੋਬਿੰਦ ਕੇਰੇ ਰਾਮ। ਹੁਣ ਗਾਵੇਂ ਤੇ ਅਸੀਂ ਐਨਾਲਿਸਿਸ ਸ਼ੁਰੂ ਕਰਤਾ ਇੰਟਰੋਸਪੈਕਸ਼ਨ ਦਾ ਕਿ ਕੀ ਮੈਂ ਗਾਉਂਦਾ ਵਾਂ। ਤੇ ਜੇ ਮੈਨੂੰ ਸਮਝ ਹੀ ਨਹੀਂ ਆਇਆ ਗਾਵੇਂ ਦਾ ਮਹਿਣਾ ਕੀ ਹੈ, ਜੇ ਗਾਵੇ ਪੜ੍ਹ ਲਈਏ ਜਾਂ ਗਲਤ ਪੜ੍ਹ ਲਈਏ ਤੇ ਸਾਡੇ ਕੋਲੋਂ ਗਲਤ ਹੋ ਜਾਏਗਾ। ਸੋ ਪਹਿਲੇ ਪੜ੍ਹਿਆ ਜਾਂ ਸੁਣਿਆ, ਫਿਰ ਉਹਨੂੰ ਸਮਝਿਆ, ਸਮਝਣ ਤੋਂ ਬਾਅਦ ਉਹਦਾ ਮਨਨ ਕੀਤਾ। ਉਹਨੂੰ ਮੰਨਣਾ ਜ਼ਰੂਰੀ ਹੈ ਕਿ ਨਹੀਂ, ਇਹ ਮੇਰੇ ਮਾਲਕ ਦਾ ਹੁਕਮ ਹੈ, I have to follow it through। ਨਾਲ ਨਾਲ ਮੈਂ ਦੇਖਾਂ, ਮੈਂ ਚੈੱਕ ਮਾਰ ਕਰਾਂ ਕਿ do I do it all time। ਫਿਰ ਮੰਨਣ ਤੋਂ ਬਾਅਦ ਮੈਂ ਉਹਨੂੰ ਇੰਪਲੀਕੇਟ ਕਰ ਸਕਦਾ ਆਪਣੀ ਜ਼ਿੰਦਗੀ 'ਚ। ਇਹ 4 ਸਟੇਜਸ ਰਹਿਣਗੀਆਂ ਹੀ ਰਹਿਣਗੀਆਂ। ਜੇ ਮੈਂ ਮੰਨਿਆ ਨਹੀਂ ਤੇ ਮੈਂ ਆਪਣੀ ਜੀਵਨ ਨੂੰ ਢਾਲਾਂਗਾ ਕਿਵੇਂ? ਉਹ ਕਹਿੰਦਾ ਗਾਵੇਂ ਗੋਬਿੰਦ ਕੇਰੇ ਰਾਮ, ਮੈਂ ਹੋਵਾਂ ਗੂੰਗਾ, ਮੈਂ ਕਹਾਂ ਮੇਰੇ ਲਈ ਤੇ ਹੈ ਹੀ ਨਹੀਂ। ਗੁਣ ਗਾਣਾ ਭਾਵ ਉਹਦੀ ਸਿਫਤ ਤੋਂ ਸਲਾਹ ਕਰਨੀ। ਅਸੀਂ ਸਾਰੇ ਗੁਣ ਗਾਣ 'ਚ ਐਕਸਪਰਟ ਆ, ਭਾਵੇਂ ਅਸੀਂ ਇਹਨਾਂ ਉਮਰਾਂ 'ਚ ਪਹੁੰਚ ਗਏ। ਜੇ ਕੋਈ ਐਕਸਾਈਟਮੈਂਟ ਵਾਲੀ ਗੱਲ ਹੋਵੇ, ਹੁਣ ਅਸੀਂ ਕਿਉਂਕਿ ਪੁੱਤਾਂ ਪੋਤਰਿਆਂ ਵਾਲੇ ਹੋ ਗਏ, ਧੀਆਂ ਦੋਤਰਿਆਂ ਵਾਲੇ, ਜੇ ਸਾਡੇ ਕਿਸੇ ਬੱਚੇ ਦੇ ਗ੍ਰੈਂਡ ਕੋਈ ਇਹੋ ਜਿਹਾ ਫੰਕਸ਼ਨ ਹੋਵੇ ਐਕਸੈਪਸ਼ਨਲ, ਜਿਸ ਤਰ੍ਹਾਂ 14 5th ਔਰ ਬੇਬੀ ਸ਼ਾਵਰ, ਅਸੀਂ ਕਿੰਨੇ ਐਕਸਾਈਟ ਹੁੰਦੇ ਹਾਂ। ਕੀ ਅਸੀਂ ਕਾਰ ਚੁੱਕ ਕੇ ਉਸ ਦਿਨ ਤੇ ਫੰਕਸ਼ਨ ਕਰਨ ਤੇ ਚਲੇ ਜਾਂਦੇ ਹਾਂ? ਨੋ, ਅਸੀਂ ਉਹਦੀ ਪਲੈਨਿੰਗ ਕਰਦੇ ਹਾਂ ਐਂਡ ਸੋ ਔਨ ਐਂਡ ਸੋ ਫੋਰਥ। ਮੀਨਿੰਗ ਦੇਅਰ ਬਾਈ ਅਸੀਂ ਉਸ ਇਵੈਂਟ ਦੇ ਗੁਣ ਗਾ ਰਹੇ ਹੁੰਦੇ ਹਾਂ। ਐਮ ਆਈ ਰਾਈਟ ਔਰ ਨਾਟ? ਹੈਲੋ Yes, right. ਮਨਜੀਤ ਜੀ, ਸੋ ਸਾਨੂੰ ਗੁਣ ਗਾਣੇ ਆਉਂਦੇ ਨੇ। ਮੈਂ ਇਹ ਨਹੀਂ ਕਹਿ ਸਕਦਾ, I can't say there's no excuse ਕਿ ਮੈਨੂੰ ਗੁਣ ਨਹੀਂ ਗਾਣੇ ਆਉਂਦੇ। ਗੁਣ ਗਾਣੇ ਆਉਂਦੇ ਨੇ ਮੈਨੂੰ। Now I have to assess myself, actualize ਕਿ ਕੀ ਮੈਂ ਰੱਬ ਜੀ ਦੇ ਵੀ ਗੁਣ ਗਾਣਾ ਵਾ ਉਦਾਂ ਹੀ ਜਿੱਦਾਂ ਮੈਂ ਕਿਸੇ ਇਵੈਂਟ ਦੇ ਗਾਣਾ। And that would give me the answer. Otherwise self-petting has no value। ਹਾਂਜੀ ਮੈਂ ਤੇ ਕਰਦਾ, ਮੈਂ ਕਿਹਨੂੰ ਝੂਠ ਮਾਰਾਂਗਾ? ਹਰ ਅੰਤਰਜਾਮੀ ਸਭ ਵਿਦ ਜਾਣੇ ਹੈ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੁਝ ਤੇ ਕਾਂ ਛਪਾਵੇ, ਹੈ ਨਾ। ਸੋ ਗੁਣ ਗਾਵੇਂ ਗੋਬਿੰਦ ਕੇਰੇ। ਹੁਣ ਅਗਲੀ ਗੱਲ ਕੀ ਹੈ? ਕਿੱਦਾਂ ਗਾਣੇ ਜਾਣਗੇ? ਗੁਰਮੁਖ ਮਿਲ ਰਹੀ ਹੈ। ਮਿਲ ਰਹੀ ਹੈ ਦਾ ਮਤਲਬ ਕੀ ਹੋਇਆ? ਇੱਕ ਹੈਗਾ ਕਿ ਅਸੀਂ ਕੁਝ ਚਿਰ ਬਾਅਦ ਬੱਚਿਆਂ ਦੇ ਨਾਲ ਘਰ ਆਏ ਹਾਂ, ਵਾਪਸ ਵਕੇਸ਼ਨ ਤੇ ਗਏ ਸਾਂ, ਮਹੀਨਾ ਡੇਢ 2, ਫੋਨ ਤੇ ਰੋਜ਼ ਗੱਲਾਂ ਹੁੰਦੀਆਂ, ਡਜ਼ਨਟ ਮੈਟਰ। ਪਰ ਫਿਰ ਜਦੋਂ ਅਸੀਂ 에ਅਰਪੋਰਟ ਤੇ ਸਾਨੂੰ ਬੱਚੇ ਲੈਣ ਆਉਂਦੇ ਨੇ, and I'm using all the examples which we incur day in and out, ਲੈਣ ਆਉਂਦੇ ਨੇ ਸਾਡੇ ਕੋਲ ਬੱਚੇ ਸਾਨੂੰ, ਤੇ ਅਸੀਂ ਕਿੰਨੀ ਨਿੱਘੀ ਹੱਗੀ ਕਿਸੀ ਕਰਦੇ ਹਾਂ। ਉਹ ਮਿਲਣਾ ਹੁੰਦਾ ਹੈ। ਹਾਲਾਂਕਿ ਜਹਾਜ਼ ਚੜਨ ਤੋਂ ਪਹਿਲੇ 에ਅਰਪੋਰਟ ਤੇ ਪਹੁੰਚੇ ਸਾਂ ਤੇ ਫੋਨ ਕੀਤਾ ਸੀ, ਆ ਗਏ ਆ ਬੇਟਾ ਅਸੀਂ। ਮੁੜ ਕੇ ਜੋ ਟ੍ਰਾਂਜ਼ਿਟ ਕੀਤਾ ਉਦੋਂ ਵੀ ਕਿਹਾ ਸੀਗਾ, ਹਾਂ ਬੇਟਾ ਇੱਥੇ ਪਹੁੰਚ ਗਿਆ, ਪਰ ਸਟਿਲ ਵੀ ਮਿਸ ਇਟ। ਇਸੇ ਤਰ੍ਹਾਂ ਗੁਰੂ ਵੱਲ ਮੂੰਹ ਕਰਕੇ
ਗੁਰੂ ਦੇ ਵੱਲ ਧਿਆਨ ਕਰਕੇ, ਗੁਰੂ ਵੱਲ ਕਨਸੈਂਟਰੇਟ ਕਰਕੇ ਮਿਲ ਰਹੀ ਹੈ। ਹੁਣ ਮਿਲ ਰਹੀ ਹੈ ਅਹਿਸਾਸ ਦੇ ਤੌਰ ਤੇ ਅੰਦਰੋਂ। ਹੁਣ ਕਿਉਂਕਿ ਫਿਜ਼ੀਕਲ ਨਹੀਂ ਹੈ ਗੁਰੂ, ਅਸੀਂ ਜਿਹੜੀ ਐਗਜ਼ਾਮਪਲ ਲਈਏ ਉਹ ਤੇ ਫਿਜ਼ੀਕਲ ਹੈ ਨਾ, ਪਰ ਅਸੀਂ ਉਸੇ ਐਗਜ਼ਾਮਪਲ ਨੂੰ ਜੇ ਅਸੀਂ ਪਿੱਛੇ ਚਲੇ ਜਾਈਏ, ਉਹਨੂੰ ਰਿਵਾਈਂਡ ਕਰ ਲਈਏ, ਜਦੋਂ ਅਸੀਂ ਦੂਰ ਹੁੰਨੇ ਆ ਤੇ ਅਸੀਂ ਜਦੋਂ ਗੱਲਾਂ ਕਰਦੇ ਹਾਂ ਬੱਚਿਆਂ ਦੇ ਨਾਲ, ਅਸੀਂ ਫਿਜ਼ੀਕਲੀ ਪ੍ਰੈਜ਼ੈਂਟ ਨਹੀਂ ਹੁੰਦੇ, ਪਰ ਅਸੀਂ ਮੈਂਟਲੀ ਇਮੋਸ਼ਨਲੀ ਪ੍ਰੈਜ਼ੈਂਟ ਹੁੰਦੇ ਹਾਂ। ਸੋ ਗੁਰੂ ਵੱਲ ਧਿਆਨ ਕਰਕੇ ਅਸੀਂ ਉਹਦੇ ਨਾਲ ਮਿਲ ਕੇ ਰਹੀਏ, ਭਾਵ ਉਹਦੇ ਨਾਲ ਧਿਆਨ ਚ ਰਹੀਏ। ਗੁਰੂ ਕੀ ਕਹਿੰਦਾ ਏ ਉਹਦੀ ਗੱਲ ਸੁਣੀਏ। ਗੁਣ ਗਾਉਣੇ ਆ ਨਾ, ਹੁਣ ਅਸੀਂ ਇਹ ਗੁਣ ਹੀ ਆ ਨਾ, ਮਾਲਕ ਨੇ ਤੇ ਸ਼ਬਦ ਦਿੱਤਾ ਹੋਇਆ ਸੀ ਕੀਤਾ। ਦੇਖਣਾ ਇਹ ਹੈ ਕਿ ਮੇਰਾ ਧਿਆਨ ਇਹਦੇ ਚ ਹੈਗਾ ਕਿ ਨਹੀਂ। ਮੇਰਾ ਧਿਆਨ ਜੇ ਇੱਧਰ ਉੱਧਰ ਜਾ ਰਿਹਾ ਹੈ ਤੇ ਠੀਕ ਉਸੇ ਤਰ੍ਹਾਂ ਜਿੱਦਾਂ ਬੱਚੇ ਨੂੰ ਪੜ੍ਹਾਉਂਦੇ ਹੋ ਤੇ ਬੱਚਾ ਘੁੱਗੀਆਂ ਮਾਰੀ ਜਾਏ, ਕਾਗਜ਼ ਤੇ ਅਸੀਂ ਚਪੇੜ ਮਾਰਦੇ ਹਾਂ, ਵੀ ਧਿਆਨ ਇੱਧਰ ਦੇ, ਯੂ ਵੇਸਟਿੰਗ ਟਾਈਮ। ਗੁਰਮੁਖ ਮਿਲ ਰਹੀ ਹੈ, ਘਰ ਵਾਜੇ ਸ਼ਬਦ ਕਨੇਰੇ ਦਾ। ਇੱਕ ਐਕਸ਼ਨ ਹੈ, ਦੂਸਰਾ ਉਹਦਾ ਅਵਾਰਡ ਔਰ ਰਿਐਕਸ਼ਨ ਹੈ। ਪਾਤਸ਼ਾਹ ਕਹਿੰਦੇ ਨੇ ਜੇ ਕਿਧਰੇ ਗੁਰੂ ਨੂੰ ਮਿਲ ਰਹੀ ਹੈ ਨਾ, ਤੇ ਘਰ ਕਿਹੜਾ ਘਰ? ਮੇਰਾ ਨਿੱਜ ਘਰ, ਮੇਰੇ ਅੰਦਰ ਵਾਜੇ ਸ਼ਬਦ ਕਨੇਰੇ ਦਾ ਰੈਜ਼ੋਨੈਂਸ ਹੋ ਜਾਂਦੀ ਹੈ। ਹੁਣ ਆਪਾਂ ਇਹ ਵੀ ਦੇਖ ਲਈਏ ਬਾਹਰ ਦੀ ਦੁਨੀਆ 'ਚ ਕਿ ਸਾਨੂੰ ਜੇ ਮੈਨੂੰ ਕੋਈ ਗਾਲ ਕੱਢ ਦੇਵੇ ਨਾ ਤੇ ਮੇਰੇ ਤੋਂ ਤਾਕਤਵਰ ਹੋਵੇ ਤੇ ਮੈਂ ਬੁੱਸ ਬੁੱਸ ਕਰਦਾ, ਔਖਾ ਹੁੰਦਾ, ਬੁੱਲੀਆਂ ਟੇਰਦਾ ਉੱਥੋਂ ਤੁਰ ਤੇ ਜਾਵਾਂਗਾ, ਪਰ ਮੈਨੂੰ ਤਕਲੀਫ ਬੜੀ ਹੋਏਗੀ ਕਿ ਨਹੀਂ? Yes or no? Come on. Yeah. Guys, you guys need to be present. ਕਿਤੇ ਦੇਖਿਓ ਮਨ ਭਰਮਾ ਕੇ ਨਾ ਲੈ ਜਾਏ ਸੱਜੇ ਖੱਬੇ। ਇਸ ਕਰਕੇ ਮੈਂ ਪ੍ਰੈਜ਼ੈਂਸ ਚੈੱਕ ਕਰਦਾ। ਸੋ ਗੁਰਮੁਖ ਮਿਲ ਰਹੀ ਹੈ, ਘਰ ਵਾਜੇ ਸ਼ਬਦ ਕਨੇਰੇ। ਓਏ ਜੇ ਮੈਨੂੰ ਕਿਸੇ ਦੀ ਗਾਲ ਲੱਗਦੀ ਏ ਤੇ ਚੰਗੀ ਗੱਲ ਕਿਉਂ ਨਹੀਂ ਵੱਜੇਗੀ? ਮੈਂ ਜੇ ਬਲੌਕ ਹੀ ਕੀਤਾ ਹੋਵੇ ਤੇ ਵੱਜੇਗੀ ਨਹੀਂ। ਕੰਨਾਂ 'ਚ ਬੁੱਝੇ ਪਾਏ ਹੋਣ ਤੇ ਮੈਨੂੰ ਸੁਣੇਗਾ ਹੀ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਣ ਗਾਵੇਂ ਗੋਬਿੰਦ ਕੇਰੇ ਰਾਮ। ਗੁਰੂ ਦੇ ਵੱਲ ਧਿਆਨ ਕਰਕੇ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਉਹਦੇ ਨਾਲ ਫੋਕਸ ਹੋਣ ਦੀ ਕੋਸ਼ਿਸ਼, ਹਮਤਨਾਗੋਸ਼ ਹੋਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਮੇਰੇ ਅੰਦਰ ਵੀ ਸ਼ਬਦ ਚੱਲੇ, ਰੈਜ਼ੋਨੈਂਸ। ਤੇ ਇਹ ਕੋਈ ਉਹ ਨਹੀਂ ਹੈ ਜਿਸ ਤਰ੍ਹਾਂ ਸਾਨੂੰ ਕਲਟ ਵਾਲੇ ਕਈ ਕਹਿ ਦਿੰਦੇ ਜੀ ਉਹ ਤੁਸੀਂ ਸਿਮਰਨ ਕਰੋ ਜੀ ਤੇ ਤੁਹਾਡੇ ਅੰਦਰ ਨਹੀਂ ਚੱਲਦਾ। ਜਦ ਤੱਕ ਤੁਹਾਡੇ ਅੰਦਰ ਨਹੀਂ ਚੱਲਦਾ ਤੁਸੀਂ ਪਹੁੰਚ, ਉਹ ਗੱਲ ਕੁਛ ਹੋਰ ਹੈ, ਉਹ ਕਦੀ ਚੱਲਣਾ ਹੀ ਨਹੀਂ। ਪਰ ਇਹ ਆਮ ਪ੍ਰੈਕਟੀਕਲ ਗੱਲ ਹੈ ਕਿ ਜਿਹੜਾ ਕਈ ਵਾਰੀ ਅਸੀਂ ਕੀ ਹੁੰਦਾ, ਅਸੀਂ ਕੋਈ ਸ਼ਬਦ ਸੁਣਦੇ ਹਾਂ ਤੇ ਘਰ ਆ ਜਾਂਦੇ ਹਾਂ, ਉਹ ਸਾਡੇ ਜ਼ਿਹਨ ਦੇ ਵਿੱਚ ਚੱਲਦਾ ਰਹਿੰਦਾ, ਚੱਲਦਾ ਨਾ, ਸਮਟਾਈਮਸ, ਨਾਟ ਆਲ ਦ ਟਾਈਮਸ। That's what is ਘਰ ਵਾਜੇ ਸ਼ਬਦ ਕਨੇਰੇ ਦਾ। ਸ਼ਬਦ ਕਨੇਰੇ ਚੱਲ ਰਹੀ ਕਿ ਛੰਤ ਦੇ ਵਿੱਚ ਰਹਾਉ ਦੀ ਪੰਕਤੀ ਨਹੀਂ ਹੁੰਦੀ। ਸੋ ਇਹਦੇ ਵਿੱਚ ਪਹਿਲੀ ਲਾਈਨ ਤੇ ਅਖੀਰਲੀ ਲਾਈਨ ਛੰਤ ਦੀ ਉਹ ਸਿਗਨੀਫੀਕੈਂਟ ਹੁੰਦੀ ਹੈ। ਸ਼ਬਦ ਕਨੇਰੇ ਹਰ ਪ੍ਰਭ ਤੇਰੇ। ਹੁਣ ਪਾਤਸ਼ਾਹ ਜੀ ਤੇਰੇ ਹੀ ਸ਼ਬਦ ਤੇ ਕਨੇਰੇ ਵਾਜੇ ਸ਼ਬਦ ਕਨੇਰੇ ਦਾ ਇੰਨੇ ਜ਼ਿਆਦਾ ਜ਼ੋਰ ਦੇ ਨਾਲ ਵੱਜਦੇ ਨੇ, ਢੋਲ ਢਮੱਕਾ। ਤੂੰ ਕਰਤਾ ਸਭ ਥਾਈ। ਕਿਉਂ? ਕਿ ਮੇਰੇ ਅੰਦਰ ਇਸ ਕਰਕੇ ਉਹ ਰੈਜ਼ੋਨੇਟ ਕਰਦੇ ਨੇ ਕਿਉਂਕਿ ਤੂੰ ਸਾਰਿਆਂ ਅੰਦਰ ਮੈਨੂੰ ਦਿਸਣਾ ਸ਼ੁਰੂ ਹੋ ਜਾਂਦਾ।
ਹੁਣ ਮੈਂ ਪੜਿਆ ਕਿ ਤੂੰ ਕਰਤਾ ਸਚਿਆਰ ਮਹਿੰਡਾ ਸਾਈਂ ਐਵੇਂ ਹਾਈਪੋਥੇਸਿਸ ਮੇਰੇ ਸਾਈਆਂ ਤੂੰ ਕਰਤਾ ਹੈ ਸਚਿਆਰ ਹੈ ਇਹਦਾ ਮਤਲਬ ਮੈਂ ਤੇ ਕੁਛ ਹੈ ਹੀ ਨਹੀਂ ਜਾਂ ਅਸਾਂ ਜ਼ੋਰ ਨਾ ਹੀ ਜੇ ਕਿਛ ਕਰਮ ਸਾਕੈ ਜੋ ਭਾਵੈ ਤਿਵੇਂ ਬਖਸ਼ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਛੂ ਨਾ ਹੋਵੇ ਜੋ ਹਰ ਭਾਵੇ ਤੇ ਰੱਖੀ ਮੇਰੀ ਗੱਡੀ ਖਰਾਬ ਹੋ ਗਈ ਹੈ ਮੈਂ ਗਾਲਾਂ ਕੱਢਾਂ ਕਿ ਮੈਂ ਕਹਾਂ ਕੀਤਾ ਕਰਨਾ ਇਹ ਰੈਜ਼ੋਨੇਟ ਕਰ ਰਿਹਾ ਮੇਰੇ ਅੰਦਰ ਹੋਰ ਜ਼ਿਆਦਾ ਕਰ ਰਿਹਾ ਮੈਂ ਕਹਿੰਦਾ ਸ਼ੁਕਰ ਹੈ ਮੈਨੂੰ ਕਿਸੇ ਨੇ ਪਿੱਛੋਂ ਮਾਰਿਆ ਨਹੀਂ ਤੇ ਮੈਂ ਆਰਾਮ ਨਾਲ ਪੁਲ ਔਨ ਕਰ ਲਿਆ ਜੇ ਮੈਂ ਉਹਦਾ ਸ਼ੁਕਰ ਕਰਨ ਲੱਗਾ ਤੇ ਮੇਰੇ ਕੋਲ ਸਾਹ ਹੀ ਨਹੀਂ ਰਹਿੰਦੇ ਤੇ ਜੇ ਮੈਂ ਬਲੇਮ ਗੇਮ ਕਰਨ ਲੱਗਾ ਤੇ ਤਾਂ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰੇ ਕੋਲ ਬੰਦੇ ਖਤਮ ਹੀ ਨਹੀਂ ਹੁੰਦੇ ਲਿਸਟ ਬਣੀ ਹੁੰਦੀ ਉਹਨੇ ਵੀ ਕੀਤਾ ਸੀ ਉਹਨੇ ਵੀ ਕੀਤਾ ਸੀ ਉਹਨੇ ਵੀ ਕੀਤਾ ਪਰ ਰੋਂਦੂ ਨਹੀਂ ਸੀ ਹੁੰਦੇ ਨਿਆਣੇ ਉਹ ਸਾਰੇ ਮੁਹੱਲੇ ਦਾ ਹੀ ਨਾਂ ਲਈ ਜਾਂਦੇ ਸੀ ਤੂੰ ਕਰਤਾ ਸਭ ਥਾਈਂ ਜਿੱਥੇ ਵੀ ਮੈਂ ਜਾਣਾ ਉੱਥੇ ਤੂੰ ਹੈਗਾ ਤੂੰ ਸਭਨੀ ਥਾਈਂ ਜਿੱਥੇ ਹੋ ਜਾਏ ਤੂੰ ਕਿਹੜੀ ਥਾਂ ਤੇ ਨਹੀਂ ਹੈ ਕਰਤਾ ਹੈ ਕਰਤਾ ਪੁਰਖ ਹੈ ਮੈਂ ਤੇ ਪਾਗਲ ਹਾਂ ਜਿਹੜਾ ਮੈਂ ਕਹਿਣਾ ਕਿ ਆਈ ਡਿਡ ਇਟ ਮੈਂ ਕੀਤਾ ਮੈਂ ਵਿਚਾਰ ਕੀਤੀ ਮੈਂ ਪੜ੍ਹਿਆ ਮੈਂ ਕਲਾਸ ਅਟੈਂਡ ਕੀਤੀ ਹੈ ਦੁਰ ਫਟੇ ਮੂੰਹ ਮਾਲਕਾ ਜੇ ਤੂੰ ਨਾ ਚਾਹੁੰਦੋ ਤੇ ਮੈਂ ਤੇ ਕਰ ਨਹੀਂ ਸੀ ਸਕਦਾ ਜੇ ਤੂੰ ਨਾ ਚਾਹੁੰਦੋ ਤੇ ਮੇਰਾ ਤਾਂ ਧਿਆਨ ਹੀ ਨਹੀਂ ਸੀ ਲੱਗ ਸਕਦਾ I am indebted to you ਅਹਨਿਸ ਜਪੀ ਇਹਨੂੰ ਪੜ੍ਹਨਾ ਜਪੀ ਜਪੀ ਕੋਈ ਲਫ਼ਜ਼ ਨਹੀਂ ਬਣੇਗਾ ਮੈਂ ਜਪਦਾ ਸਦਾ ਸਲਾਹੀ ਮੈਂ ਤੇਰੀ ਸਿਫਤੋ ਸਲਾਹ ਕਰਦਾ ਰਵਾਂ ਅਹਨਿਸ ਮੈਨੇ ਦਿਨ ਤੇ ਰਾਤ ਸਾਚ ਸ਼ਬਦ ਲਿਵ ਲਾਈ ਬਿੰਦੀ ਲਾਣੀ ਲਿਵ ਲਾਈ ਪਾਸਟ ਦੇ ਵਿੱਚ ਮੈਂ ਉਦੋਂ ਲਿਵ ਲਾਈ ਸੀ ਲਿਵ ਲਾਈ ਮੈਂ ਲਾਂਦਾ ਰਵਾਂ ਅਹਨਿਸ ਜਪੀ ਪਾਤਸ਼ਾਹ ਇੰਨੀ ਤੂੰ ਮੇਰੇ ਤੇ ਕਿਰਪਾ ਕਰ ਦੇ ਕਿ ਮੈਂ ਤੇਰਾ ਨਾਮ ਜਪਦਾ ਰਵਾਂ ਸਦਾ ਸਲਾਹਣਾ ਕਰਦਾ ਰਵਾਂ ਸਿਫਤੋ ਸਲਾਹ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਮੈਂ ਗਾਉਂਦਾ ਰਵਾਂ ਤੇਰੀਆਂ ਸਾਰੀ ਪੌੜੀ ਜਿਹੜੀ ਹੈ ਸਾਚ ਸ਼ਬਦ ਲਿਵ ਲਾਈ ਮੈਂ ਤੇਰੀ ਬਾਣੀ ਦੇ ਨਾਲ ਲਿਵ ਜੋੜ ਲਵਾਂ ਖਿਆਲ ਰਹੇ ਸ਼ਬਦ ਦਾ ਮੈਨਾ ਹੁਕਮ ਨਹੀਂ ਹੈ ਤੇ ਮੈਂ ਉਹਦੇ ਚ ਧਿਆਨ ਨਹੀਂ ਹੈ ਸੋ ਮੈਂ ਉਹਦੇ ਚ ਲਿਵ ਜੋੜੀ ਰੱਖਾਂ ਅਹਨਿਸ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਆਨੰਦਨ ਹਾਂਜੀ ਅੰਦਨ ਸੌਰੀ ਅੰਦਨ ਸਹਿਜ ਰਹਿ ਰੰਗ ਰਾਤਾ ਦਿਨ ਤੇ ਰਾਤ ਡੇ ਇਨ ਐਂਡ ਆਊਟ ਜ਼ੋਰ ਲਾ ਕੇ ਨਹੀਂ ਕਿ ਸ਼ੀਰ ਸ਼ਾਸਨ ਕਰਨਾ ਹੈ ਜ਼ਬਰਦਸਤੀ ਕਰਨਾ ਹੈ ਨਾ ਸਹਿਜ ਅਵਸਥਾ ਚ ਉਹਦੇ ਰੰਗ ਚ ਰੰਗਿਆ ਰਵਾਂ ਉਹਦੇ ਰੰਗ ਚ ਰੰਗਣਾ ਕੀ ਹੈ ਭਲਾ ਉਹਦਾ ਰੰਗ ਕੀ ਹੈ ਉਹਦਾ ਹੁਕਮ I have to understand it first ask it ਬੁੱਝਣਾ ਸਿਜਣਾ ਚੀਨਾ ਪਛਾਣਨਾ ਅੰਦਨ ਸਹਿਜ ਰਹਿ ਰੰਗ ਰਾਤਾ ਤੇਰੇ ਰੰਗ ਦੇ ਵਿੱਚ ਤੇਰੇ ਹੁਕਮ ਦੇ ਵਿੱਚ as if everything is preordained and I want to submit myself ਰਾਮ ਨਾਮ ਰਿਦ ਪੂਜਾ ਪਾਤਸ਼ਾਹ ਜੀ ਉਹ ਬੰਦਾ ਜਿਹੜਾ ਤੇਰੇ ਨਾਮ ਦੇ ਵਿੱਚ ਰੰਗਿਆ ਰਵੇ
ਤੇ ਆਪਣੇ ਅੰਦਰ ਤੇਰੀ ਸਿਫਤੋ ਸਲਾਹ ਕਰਦਾ ਰਹੇ। ਭਾਵ ਸ਼ਬਦ ਨੂੰ ਹਿਰਦੇ ਚ ਵਸਾਈ ਜਿਹੜਾ ਸ਼ੁਰੂ ਚ ਆਇਆ ਸੀ, ਉਹ ਫਿਰ अस्थिर रहो, डोलो मत कभी, ना डोलो कभी, सब समथिंग है कि वो टिका च रहिंदा है, वो डोलदा नहीं। ते राम नाम रिद पूजा, फिर ओदा अंदर जिहड़ा है वो राम दे नाम दे नाल ओत पोत रहिंदा है। He is in constant meditation, constant awareness. रिद पूजा ते नानक गुरमुख एक पछाणे, जे गुरु वाल मुंह कर लईए ते एक दी पछाण हो जाती है। मेरे नाल करता कौन है? एक है। मैं गुरबाणी, मैं शब्द किदा पढ़ना? एक नाल। मैं गुण किदे गाने ने? एक दे। पछाण हो कि एक तो छड्ड के होर कोई नहीं है। इस करके क्या सी, खसम छोड़ दूजे लगे, डुबे सेवन जारिया। नानक गुरमुख एक पछाण है, गुरु वाल मुंह करना जरूरी है, गुरु दे डोमेन च रहना जरूरी है। वननेस दे विच हैगा वां ते गुरु दे डोमेन च, फिर मैं ना अदरनेस विच ना आईनेस विच। ते नानक गुरमुख एक पछाण अवर ना जाने। जिन्ने एक नूं पछाण लिया उन्हें दूजे वाल ध्यान ही नहीं देना। Why would he? Make sense? So, ऐदां आपां गुरबाणी नूं जे पढ़ीए ते फिर तुहाडे अंदर अपने आप it makes the difference. Right? हाँ जी, नेक्स्ट कौन पढ़ूगा जी? कोई करे? I can read. हाँ जी। सब में रब रहा, सो प्रभ अंतर जामी राम। सॉरी मैं थोड़ा जिहा अज मेरा ध्यान क्योंकि बहुत गूफ कीता ना असी, ते मैं थोड़ा जिहा पिन पॉइंट कर रहा। पढ़ियो जरा, सब में देख के पढ़ियो। सब में रब रहा, सो प्रभ रिहा है कि रहया है? रहया, रब रहया, राइट? नहीं, See the difference? रब रहया, सो प्रभ अंतर जामी राम। जी। गुर शब्द रवे रब रहा, सो प्रभ मेरा स्वामी राम। प्रभ मेरा स्वामी अंतर जामी, घट घट रबिया सोई। गुरमत सच पाइए सहज समाइए, तिस बिन अवर ना कोई। सहजे गुण गावा जो प्रभ भावा, आपे जे लय प्रभा, जे प्रभ भावा, आपे लय मिलाए। नानक सो प्रभ शब्दे आपे अहनिस नाम ध्याए। नानक सो प्रभ शब्दे जापे, जापे जापे नहीं है। हाँ जी, एक दित्ती है इत्थे ते मैनूं लगदा पता नहीं ऐनका जापे है। कोई गल कोई नानक सो प्रभ शब्दे जापे, अहनिस नाम ध्याए। अच्छा आओ आपां, मेरे एवं एक थॉट आई है क्योंकि आप जी वालों हुक्म असीं रेजोनेट करिए, ते आओ थोड़ा जिहा अपने आप नूं बथेरी देर गूफ कीता है, ते आओ जरा थोड़ा जिहा हार्डशिप वाले पासे चलिए। सारे अपने आप नूं अनम्यूट कर लो। ਆਪਾਂ किस तरह ਤੁਸੀਂ ਕਹੋਗੇ कि लो जी कमलजीत सिंह ते ਇਹ ਤੇ
ਇਹਨੂੰ ਅਕਲ ਹੈ ਨਾ ਜੀ, ਇਹਨੇ ਤੇ ਪੜਿਆ ਹੋਇਆ ਨਾ ਜੀ। नो वे, कोई किसे तो घट नहीं है। एक पिता है, एकस के हम बारक है। ਲੋੜ ਹੈ ਉਹਦੀ ਦਾਤ ਨੂੰ ਮਹਿਸੂਸ ਕਰਨ ਦੀ ਤੇ ਉਹਨੂੰ ਅਵੇਅਰਨੈਸ ਲਿਆ ਕੇ ਕਰਨ ਦੀ। ਇਸ ਸਟੈਂਜ਼ੇ ਦੇ ਅਰਥ ਅਸੀਂ ਕਿੱਦਾਂ ਕਰੀਏ? ਜਦੋਂ ਬਾਣੀ ਅਸੀਂ ਪੜ੍ਹਦੇ ਹਾਂ ਤੇ ਅਸੀਂ ਕਿਵੇਂ ਅਰਥ ਕਰਿਆ ਕਰੀਏ ਕਿ ਸਾਡੀ ਸੋਚ ਜਿਹੜੀ ਹੈ ਉਹ ਗੁਰਬਾਣੀ ਦੇ ਹੋਰ ਨੇੜੇ ਹੋ ਜਾਏ। ਯੂ ਥਿੰਕ ਵੀ ਕੈਨ ਡੂ ਇਟ? ਸੋ ਇੱਥੇ ਹੁਣ ਇੰਤਜ਼ਾਰ ਨਾ ਕਰਨਾ। I will ask only and you just jump onto it. ਹੁਣ ਮੈਂ ਪੜਿਆ, ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰਜਾਮੀ ਰਾਮ। ਕੀ ਮੈਣਾ ਹੈ? Right away, please jump on it. ਜਿਹੜਾ ਪ੍ਰਭੂ ਸਭ ਦੇ ਵਿੱਚ ਵਸਦਾ ਹੈ, ਉਹੀ ਸਾਰੀ ਉਹੀ ਜੋਤ ਸਭ ਦੇ ਵਿੱਚ ਹੈ, ਉਹ ਸਭ ਦਾ ਸਭ ਕੁਝ ਜਾਣਦਾ ਹੈ। ਹਾਂਜੀ, ਪਲੀਜ਼ ਇੱਕ ਕੰਮ ਕਰਨਾ, ਜੋ ਲਿਖਿਆ ਹੋਇਆ ਨਾ ਅਰਥ ਉਹ ਨਾ ਪੜਨਾ, ਨਹੀਂ ਤਾਂ ਡਿਸੀਟਫੁਲ ਹੋਏਗਾ। ਪਲੀਜ਼, ਹੈ ਨਾ? ਨਾਓ anyone else, another version? ਹਾਂਜੀ ਮਨਜੀਤ ਜੀ। ਮੈਂ ਉਹ ਵਾਹਿਗੁਰੂ ਨੂੰ, ਪ੍ਰਮਾਤਮਾ ਨੂੰ ਸਿਮਰਾਂ ਜਿਹੜਾ ਸਭ ਦੇ ਦਿਲਾਂ ਦੇ ਵਿੱਚ, ਸਭ ਨੂੰ ਜਿਹਨੇ ਪੈਦਾ ਕੀਤਾ, ਸਭ ਦੇ ਦਿਲਾਂ ਵਿੱਚ ਵਸ ਰਿਹਾ। ਓਕੇ, ਹੁਣ ਇਹ ਦੱਸੋ ਕਿ ਮੈਂ ਸਿਮਰਾਂ ਕਿੱਥੋਂ ਆ ਗਿਆ ਇਹਦੇ ਚ? ਸਿਮਰਾਂ ਵੀ ਸਭ ਮਤਲਬ ਮੈਂ ਰੱਬ ਰਹਿਆ ਉਹ ਸਾਰਿਆਂ ਦੇ ਵਿੱਚ ਹੈ। ਸੋ ਪ੍ਰਭ ਉਹ ਮਾਲਕ ਜਿਹੜਾ ਮੇਰੇ ਅੰਦਰ ਦੀ ਜਾਣਦਾ ਹੈ, ਸਾਰਿਆਂ ਦੇ ਅੰਦਰ ਦੀ ਜਾਣਦਾ। ਜਿਹੜਾ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਉਹ ਅੰਦਰ ਸਾਰਿਆਂ ਦੇ ਵਸਦਾ ਵੀ ਪਿਆ। ਹੋਰ ਅਰਥ ਹੋ ਸਕਦਾ ਹੈ ਤਾਂ? ਵਾਈ ਸ਼ੁਡ ਆਈ ਕੇਅਰ ਕਿ ਉਹਨਾਂ ਨੇ ਕੀ ਲਿਖਿਆ ਹੋਇਆ? ਹਾਂ, ਜਿਹੜਾ ਕੋਈ ਕਲੋਕੀਅਲ ਟਰਮ ਹੈ, ਕੋਈ ਜਾਰਗੈਨਿਕ ਟਰਮ ਹੈ, ਉਹਦਾ ਮੈਂ ਅਰਥ ਜ਼ਰੂਰ ਦੇਖਾਂ, ਬਿਕਾਜ਼ ਮੇਰੀ ਵੋਕੈਬ ਇੰਨੀ ਨਹੀਂ ਹੈ। ਡਸ ਇਟ ਮੇਕ ਸੈਂਸ? ਜੀ। ਨੈਕਸਟ ਲਾਈਨ, ਫਿਰ ਅਸੀਂ ਇਹਨੂੰ ਇਹਦਾ ਸਿੰਥੇਸਿਸ ਕਰਾਂ। ਗੁਰ ਸ਼ਬਦ ਰਵੈ, ਕੌਮਾ ਹੈ, ਇੱਕ ਸਟੇਟਮੈਂਟ ਹੈ, ਗੁਰ ਸ਼ਬਦ ਰਵੈ। ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ। ਮੈਂ ਸਿਰਫ ਹਿੰਟ ਦੇ ਰਿਹਾ। ਰਬ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ। Who goes? Who goes? Hurry up. ਜਿਹੜਾ ਉਹ ਗੁਰੂ ਦੇ ਸ਼ਬਦ ਦੁਆਰਾ ਹੀ ਸਾਡੇ ਅੰਦਰ ਵਸਦਾ ਹੈ ਪ੍ਰਭੂ। ਰਬ ਰਿਹਾ ਸੋ ਪ੍ਰਭ ਮੇਰਾ ਸੁਆਮੀ ਰਾਮ। ਜਿਹੜਾ ਮੇਰੇ ਅੰਦਰ ਵਸ ਰਿਹਾ ਹੈ ਉਹ ਗੁਰੂ ਦੇ ਸ਼ਬਦ ਦੁਆਰਾ ਵਸ ਰਿਹਾ ਹੈ, ਉਹੀ ਮੇਰਾ ਪ੍ਰਭੂ ਸੁਆਮੀ ਹੈ। ਹੁਣ ਇੱਥੇ ਰਵ ਹੈ ਤੇ ਰਵ ਰਿਹਾ, ਇਹ ਹਿੰਟ ਹੈ। Any improvisation? ਜੋ ਗੁਰੂ ਦੇ ਉਪਦੇਸ਼ ਦੇ ਦੁਆਰਾ ਸਿਮਰਦਾ ਹੈ ਉਹ ਮੇਰਾ ਸੁਆਮੀ, ਉਹ ਮੇਰਾ ਵਾਹਿਗੁਰੂ ਹੈ, ਉਹ ਮੇਰਾ ਜਿਹਦੇ ਜੋ ਗੁਰੂ ਦੇ ਸ਼ਬਦ ਦੁਆਰਾ ਵਰਤ ਰਿਹਾ ਮੇਰੇ ਅੰਦਰ। ਹੋਰ ਨੇੜੇ ਹੋ ਗਿਆ ਨਾ? ਗੁਰੂ ਸ਼ਬਦ ਦੇ ਦੁਆਰਾ ਮੇਰੇ ਅੰਦਰ ਕੌਣ ਹੈ? ਵਰਤ ਰਿਹਾ। ਹਾਂਜੀ, ਉਹੀ ਮੇਰਾ ਸੁਆਮੀ ਹੈ, ਮੇਰਾ ਮਾਲਕ ਹੈ। ਉਹੀ ਮੇਰਾ ਸੁਆਮੀ, ਮੇਰਾ ਮਾਲਕ ਹੈ। ਅੱਛਾ, ਇੱਥੇ ਨਾ ਗੁਰੂ ਸਾਹਿਬ ਨੇ ਨਾ ਸਿੱਖਿਆ ਦਿੱਤੀ ਹੈ ਕਿ ਜੇ ਤੂੰ ਗੁਰੂ ਦੇ ਸ਼ਬਦ ਨੂੰ ਰਵੇਂ, ਹਾਂ, ਤੂੰ ਗੁਰੂ ਦੇ ਸ਼ਬਦ ਤੋਂ ਉਪਦੇਸ਼ ਲਵੇਂਗਾ, ਫੇਰ ਰਵੈ ਤੇ ਰਵ ਰਿਹਾ ਮੈਂ ਇਸ ਕਰਕੇ ਕਿਹਾ ਸੀ। ਫੇਰ ਤੈਨੂੰ ਸਮਝ ਲੱਗੇਗੀ ਉਹ ਰਵ ਰਿਹਾ ਵਾ। ਸੋ ਪ੍ਰਭ ਮੇਰਾ ਅੰਤਰਜਾਮੀ ਰਾਮ। ਪਹਿਲਾਂ ਗੁਰੂ ਦੇ ਸ਼ਬਦ ਵਿੱਚ ਘੁਲਣਾ ਮਿਲਣਾ ਵਾ, ਉੱਥੋਂ ਫਿਰ ਅਕਲ ਆਉਣੀ ਆ ਕਿ ਵਾਕਈ ਉਹ ਪਰਮਾਤਮਾ ਮੇਰੇ ਵਿੱਚ ਵਸ ਰਿਹਾ। ਚੱਲਦਾ ਹੀ ਕਿ ਜਿਹੜਾ ਪਹਿਲਾ ਸਟੈਂਜ਼ਾ ਸੀ ਨਾ,
ਉਹਦੇ ਚ ਆਹੀ ਸੀਗਾ। ਹਾਂਜੀ ਕੈਰੀ ਔਨ। ਅੱਛਾ ਜਿਹੜਾ ਪਹਿਲਾ ਸਟੈਂਜਾ ਸੀ ਨਾ, ਮੈਂ that was a different approach. Maybe you guys don't like it. ਉਹਦੇ ਵਿੱਚ ਨਾ ਗੁਰੂ ਸਾਹਿਬ ਨੇ ਨਾ ਇੱਕ ਰੀਚ ਦੀ ਗੱਲ ਕੀਤੀ, ਇੱਕ ਡੈਸਟਨੀ ਦੀ ਗੱਲ ਕੀਤੀ ਹੈ ਵੀ ਤੂੰ ਉਸ ਡੈਸਟਨੀ ਤੇ ਪਹੁੰਚਣਾ ਵਾ ਪੁੱਤਰ, ਤੇ ਤੂੰ ਆ ਤੇ ਤੈਨੂੰ ਮੈਂ ਦੱਸਦਾ ਵਾਂ ਉਹ ਤਰੀਕਾ। ਜਿਹੜਾ ਪਹਿਲਾ ਸ਼ਬਦ ਆ, I like to discuss a little bit more about that. ਹੁਣ ਗੁਰੂ ਸਾਹਿਬ ਕਹਿੰਦੇ ਵੀ ਆਵੋ ਸੰਤ ਜਨੋ ਗੁਣ ਗਾਵੈ ਗੋਬਿੰਦ ਕੇਰੇ ਰਾਮ। ਆਵੋ ਮੇਰੀ ਗੱਲ ਸੁਣੋ। ਜਿੱਥੇ ਨਾ ਕੋਈ ਆਵਾਜ਼ ਮਾਰ ਕੇ ਬੁਲਾਉਂਦਾ ਵਾ, ਕੁੜੀਏ ਇੱਧਰ ਆ, ਮੁੰਡਿਆ ਇੱਧਰ ਆ, ਭਾਊ ਇੱਧਰ ਆ, ਭੈਣ ਇੱਧਰ ਆ, ਇਸੇ ਤਰ੍ਹਾਂ ਗੁਰੂ ਸਾਹਿਬ ਆਪਣੇ ਜਾਣਕਾਰਾਂ ਨੂੰ ਬੁਲਾਉਂਦੇ ਨੇ ਕਿ ਆਓ ਤੇ ਆਣ ਕੇ ਕੀ ਕਰਨਾ ਵਾ, ਅਸੀਂ ਗੋਬਿੰਦ ਜਿਹੜਾ ਗੋਬਿੰਦ ਹੈ ਪਰਮਾਤਮਾ, ਉਹਦੇ ਅਸੀਂ ਗੁਣ ਗਾਉਣੇ ਆ। ਅੱਛਾ, ਇੱਕ ਤੇ ਇਹ ਤਰੀਕਾ ਦੱਸਿਆ ਗੁਰੂ ਸਾਹਿਬ ਨੇ। ਫਿਰ ਗੁਰੂ ਸਾਹਿਬ ਕਹਿੰਦੇ ਵੀ ਹੁਣ ਜਿਹੜਾ ਬੁਲਾ ਰਿਹਾ ਸੀ ਨਾ ਆਵੋ, ਉਹੋ ਹੀ ਮਨੁੱਖ ਗੁਰਮੁਖ ਹੈ ਇੱਥੇ। ਗੁਰੂ ਰਾਮਦਾਸ ਸਾਹਿਬ ਹੀ ਆਵੋ ਕਰ ਰਹੇ ਨੇ ਤੇ ਗੁਰੂ ਰਾਮਦਾਸ ਸਾਹਿਬ ਹੀ ਗੁਰਮੁਖ ਨੇ ਇੱਥੇ। ਕਹਿੰਦੇ ਕੀ ਕਰੋ, ਗੁਰਮੁਖ ਮਿਲ ਰਹੀ ਹੈ, ਗੁਰੂ ਨੂੰ ਮਿਲ ਕੇ, ਓਕੇ, ਗੁਰੂ ਦੇ ਮਿਲਣ ਨਾਲ ਕੀ ਹੋਏਗਾ, ਘਰ ਵਾਜਾਂ, ਘਰ ਦੇ ਵਿੱਚ ਖੁਸ਼ੀਆਂ ਵੱਜਣਗੀਆਂ, ਸ਼ਬਦ ਕਨੇਰੇ। ਓਕੇ, ਇੱਕ ਤੇ ਜਦੋਂ ਅਸੀਂ ਗੁਣ ਗਾਵਾਂਗੇ ਤੇ ਸਾਡੇ ਹਿਰਦੇ ਵਿੱਚ ਸੈਲੈਸਟੀਅਲ ਸਾਊਂਡ ਜਿਹੜੀਆਂ ਨੇ ਉਹ ਪੈਦਾ ਹੋਣਗੀਆਂ, ਸਾਡੇ ਅੰਦਰ ਵਧਾਈਆਂ ਖੁਸ਼ੀਆਂ ਵੱਜਣਗੀਆਂ। ਸ਼ਬਦ ਕਨੇਰੇ ਹਰ ਪ੍ਰਭ ਨੇਰੇ, ਤੂੰ ਕਰਤਾ ਸਭ ਥਾਈ। ਹੋਰ ਕੀ ਪਤਾ ਲੱਗੇਗਾ ਜਦੋਂ ਗੁਣ ਗਾਵਾਂਗੇ? ਸ਼ਬਦ ਕਨੇਰੇ, ਕਨੇਰੇ ਹੁੰਦੇ ਘਣੇ ਖੁਸ਼ੀਆਂ, ਘਣੀਆਂ ਡੂੰਘੀਆਂ ਖੁਸ਼ੀਆਂ। ਸ਼ਬਦ ਕਨੇਰੇ ਜਿਹੜੇ ਗੋਬਿੰਦ ਗੁਣ ਨੇ ਨਾ ਗਾਉਣੇ ਆ, ਉਹ ਸ਼ਬਦ ਕਨੇਰੇ ਨੇ ਅਸਲ ਚ। ਹਰ ਪ੍ਰਭ ਨੇਰੇ ਜਿਹਦੇ ਨਾਲ ਪ੍ਰਮਾਤਮਾ ਤੇਰੇ ਚੱਲ ਤੇਰੇ ਲਾਲ ਫਾਈਨਲ ਹੋ ਗਿਆ ਸੀ, ਮੇਰੇ ਵੀ ਨੇਰੇ ਸੁਲ ਤੇਰੇ ਲਾਲ ਹੋ। ਹਾਂਜੀ, ਤੂੰ ਕਰਤਾ ਸਭ ਸਾਈਂ। ਹੁਣ ਖੀਰਲੀ ਪੰਕਤੀ ਗੁਰੂ ਕਹਿੰਦਾ ਵੀ ਨਾ, ਆ ਜਿਹੜੀ ਡੈਸਟਨੀ ਆ, ਨਾਨਕ ਗੁਰਮੁਖੀ ਏਕ ਪਛਾਣੇ। ਗੁਰੂ ਨੂੰ ਤੂੰ ਮਿਲ ਕੇ ਪੁੱਤਰਾ ਉਹਦੀ ਤੈਨੂੰ ਪਛਾਣ ਆਉਣੀ ਆ। ਇਹ ਤੇਰਾ ਲਾਸਟ ਪੁਆਇੰਟ ਹੈ ਜਿੱਥੇ ਤੂੰ ਪਹੁੰਚਣਾ ਵਾ। ਤੇ ਨਾਲ ਤੈਨੂੰ ਇੱਕਦਮ ਹੋਰ ਪਤਾ ਲੱਗੇਗਾ, ਅਵਰ ਨਾ ਜਾਣੇ ਦੂਜਾ। ਉਹ ਤੋਂ ਫਿਰ ਹੋਰ ਇਹੋ ਜਿਹਾ ਕੋਈ ਨੀ ਗਾ। ਇਹੀ ਅਸਲ ਵਿੱਚ ਡੈਸਟਨੀ ਆ। ਤੇ ਦੱਸ ਗੁਰੂ ਸਾਹਿਬ ਨੇ how ਗੁਰੂ ਸਾਹਿਬ give us advice amazingly ਕਿ ਪੁੱਤਰ ਤੂੰ ਆਹ ਚੀਜ਼ਾਂ ਕਰ, ਆਹ ਕਰੇਗਾ ਨਾ ਤੈਨੂੰ ਪਤਾ ਸਮਝ ਲੱਗਣੀ। ਫਿਰ ਤੂੰ ਇੰਨਾ ਸਿਆਣਾ ਹੋਏਗਾ, ਤੇਰੇ ਮਾਲਕ ਨਾ ਤੇਰੇ ਦਰਸ਼ਨ ਹੋਣਗੇ ਤੈਨੂੰ। ਹਾਂਜੀ, ਸੋ ਡਿਫਰੈਂਸ ਤੇ ਆਈ ਨਹੀਂ ਸੀਗਾ ਕਾਰ ਸਿੰਘ ਜੀ, ਤੁਸੀਂ ਐਵੇਂ ਕਿਹਾ ਤੁਹਾਨੂੰ ਚੰਗਾ ਨਹੀਂ ਲੱਗੂਗਾ, ਗੱਲ ਤੇ ਹੋਈ। ਤੁਸੀਂ ਡਰਾਇਆ ਨਾ ਕਰੋ ਸਾਨੂੰ। ਓਕੇ, ਸੋ ਗੁਰ ਸ਼ਬਦ ਰਵੈ ਰਵ ਰਿਹਾ। He whosoever he realizes, ਇਹ ਦੋ ਨਫਸ ਸੋ ਪ੍ਰਭ ਮੇਰਾ ਸੁਆਮੀ ਰਾਮ। Then one gets into his awareness, ਲੈ ਇਹ ਤੇ ਉਹੀ ਹੈ ਉਹ ਜਿਹਨੇ ਢੂੰਡਦੇ ਤੇ ਗਲੀ ਗਲੀ ਕੇ ਪਿਛਵਾੜੇ ਮਿਲੀ। ਬਾਹਰ ਢੂੰਡਣ ਕੋ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਦਾ। ਮੈਂ ਤੇ ਐਵੇਂ ਲੱਭਦਾ ਰਿਹਾ। ਹੋਇਆ ਨਾ, ਸਰਬ ਨਿਵਾਸੀ ਕਾਹਿਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋ ਹੀ ਸੰਗ ਸਮਾਈ। ਸੋ ਠੀਕ ਹੈ ਜੀ, ਅੱਗੇ ਚਲੀਏ। ਹੁਣ ਛੰਤ ਦਾ ਇਹ ਚਲਨ ਹੈ, ਇੱਥੇ ਇਸ ਤਰ੍ਹਾਂ ਰਿਪੀਟ ਹੁੰਦਾ ਹੈ। ਤੀਸਰੀ ਪੰਕਤੀ, ਪ੍ਰਭ ਮੇਰਾ ਸੁਆਮੀ ਅੰਤਰਜਾਮੀ। ਅਗੇਨ ਘਟ ਘਟ ਰਵਿਆ ਸੋਈ, ਉਹ ਰਵ ਰਿਹਾ ਸੀਗਾ ਨਾ। ਹੁਣ ਰਵਿਆ ਜਿਹੜਾ ਹੈ, ਇਹਦੇ ਸਿਨੋਨਿਮਸ ਨੇ ਇਹ ਸਾਰੇ, ਇਹ ਬਹੁ ਅਰਥਕ ਲਫ਼ਜ਼ ਹੈ। ਹੁਣ ਰਵਿਆ ਮੈਨੇ ਵਿਆਪਕ ਵੀ ਹੈ, ਰਵਿਆ ਮੈਨੇ ਭਜਨਾ ਵੀ ਹੈ। ਉਹਨੂੰ ਰਵ, ਉਹਨੂੰ ਚੇਤੇ ਕਰ, ਉਹਦਾ ਰੱਟਾ ਮਾਰ, ਏਦਾਂ ਉਹਨੂੰ ਚੇਤੇ ਚ ਰੱਖ, ਡੋਂਟ ਲੈਟ ਗੋ ਆਫ ਇਟ। ਤੇ ਰਵ ਰਿਹਾ ਵਿਆਪਕ ਹੈ।
ਇੱਥੇ ਵੀ ਘੱਟ ਕਰ ਰਵਿਆ। ਹਾਂ ਦੱਸੋ ਜੀ, ਹੁਣ ਕੋਈ ਥਰਡ ਗੱਲ ਕਰੋ ਪਲੀਜ਼, ਹਰੀ ਅਪ। ਥਰਡ ਲਾਈਨ ਮੈਂ ਪੜ੍ਹ ਦਿੱਤੀ ਹੈ, ਕਮ ਔਨ। ਹਾਂਜੀ ਹਾਂਜੀ, ਹੱਥ ਕਿਉਂ ਖੜਾ ਕਰਨਾ यार, जंप ऑन टू इट। रव रिया, एक मिनट दिखाओ फिर मेरा मिक्स हो जाता है। हाँ जी। प्रभ मेरा स्वामी अंतरजामी घट घट रविया सोई। प्रभु मेरा प्रभु जेड़े मेरे अंदर समाया है, वो हर जगह विच है, वो हर जगह है, मेरे अंदर भी है, तुहाडे भी है, सब दे है। प्रभ मेरा स्वामी मीन्स मेरा प्रभु घट घट विच समाया होया। ठीक उस तरह जिस तरह यू आर माई मॉम, दूजा न्याणा कहंदा नो शी इज माइन, अपनाता है। ਜਦੋਂ ਪਿਆਰ ਦੇ ਵਿੱਚ ਅਸੀਂ ਕਹਿੰਦੇ ਆ ਇਹ ਉਸ ਤਰ੍ਹਾਂ, ਪ੍ਰਭ ਮੇਰਾ ਸੁਆਮੀ ਥੋੜਾ ਜਿਹਾ ਨੇੜਤਾ ਮਹਿਸੂਸ ਹੁੰਦੀ ਹੈ। ਨਹੀਂ ਜੀ ਉਹ ਤੇ ਇਹਦਾ ਹੈ, ਉਹ ਤੇ ਹਰਜੀਤ ਕੌਰ ਦਾ, ਕੌਰ ਸਿੰਘ ਦਾ ਨਹੀਂ, ਆਪਣਤ ਆਉਂਦੀ ਏ। ਕਿਉਂਕਿ ਪਹਿਲੇ ਅਸੀਂ ਕਿਹਾ ਕਿ ਗੁਰੂ ਦੇ ਸ਼ਬਦ ਰਾਹੀਂ ਜਦੋਂ ਮੈਂ ਉਹਨੂੰ ਰਵਿਆ ਤੇ ਮੈਨੂੰ ਉਹ ਦੱਸਿਆ ਕਿ ਤੂੰ ਹੀ ਮੋਹੇ ਨਾ ਇਤੈ ਉਤੈ ਘਟ 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 ਘਟ। ਉਹ ਰੱਬ ਜਿਹੜਾ ਸੀਗਾ, ਉਹ ਮਾਲਕ ਜਿਹਨੂੰ ਮੈਂ ਦੂਰ ਸਮਝਦਾ ਸੀ, ਉਹ ਤੇ ਹਰ ਘਟ ਦੇ ਵਿੱਚ ਰਵਿਆ ਹੋਇਆ, ਪਰ ਮੈਂ ਉਹਨੂੰ ਨਹੀਂ ਸਮਝਿਆ, ਮੈਂ ਉਹਨੂੰ ਨਹੀਂ ਚੇਤੇ ਕੀਤਾ। ਹੁਣ ਕੀ ਹੋਇਆ, ਮੇਰਾ ਇਹ ਅਸੀਂ ਬੱਚੇ ਆ ਨਾ, ਉਹ ਮੇਰਾ ਮੇਰਾ ਮਾਲਕ ਹੈ ਤੇ ਅੰਤਰਜਾਮੀ ਵੀ ਹੈ। ਜੇ ਮੈਂ ਝੂਠ ਬੋਲਦਾ ਪਿਆ ਨਾ ਕਿ ਐਵੇਂ ਇੱਥੇ ਸੰਗਤ ਨੂੰ ਖੁਸ਼ ਕਰਨ ਦੇ ਲਈ ਮੈਂ ਏਦਾਂ ਬੋਲਦੇ ਆ, ਉਹਨੂੰ ਪਤਾ ਹੈ ਉਹ ਅੰਤਰਜਾਮੀ ਹੈ। ਜਾਣੀ ਜਾਣ ਹਰ ਅੰਤਰਜਾਮੀ ਸਭ ਵਿਦ ਜਾਣੇ ਤੇ ਘਟ ਘਟ ਰਵਿਆ ਸੋਈ। ਉਹ ਮੇਰੇ ਅੰਦਰ ਦੀ ਤੇ ਜਾਣਦਾ ਹੀ ਹੈ, ਸਾਰਿਆਂ ਦੀ ਅੰਦਰ ਦੀ ਜਾਣਦਾ ਹੈ, ਤੇ ਮੇਰੇ ਅੰਦਰ ਤੇ ਹੈ ਹੀ ਹੈ, ਉਹ ਸਾਰਿਆਂ ਦੇ ਅੰਦਰ ਹੈ। ਇਹ ਗੱਲ ਕਿੱਦਾਂ ਸਮਝ ਆਉਂਦੀ ਹੈ? ਜਦੋਂ ਮੇਰਾ ਧਿਆਨ ਗੁਰੂ ਵੱਲ ਹੁੰਦਾ ਹੈ। ਗੁਰਮੁਖ ਖੱਖੇ ਨੂੰ ਸਿਆਰੀ 1400 ਮੈਨੂੰ ਭੁੱਲ ਗਿਆ ਹੁਣ ਨੰਬਰ, ਸਮ ਵਾਰੀ ਗੁਰਮੁਖ ਆਇਆ ਤੇ ਖੱਖੇ ਨੂੰ ਸਿਹਾਰੀ ਦੇ ਨਾਲ ਹੀ ਆਇਆ ਹੈ। ਇਹ ਕਿਰਿਆ ਹੈ, ਇਹ ਵਿਸ਼ੇਸ਼ਣ ਨਹੀਂ ਹੈ। ਸੋ ਪ੍ਰਭ ਮੇਰਾ ਸੁਆਮੀ ਅੰਤਰ ਜੇ ਘਟ ਘਟ ਰਵਿਆ ਸੋਈ, ਉਹ ਹਰ ਇੱਕ ਜੀ ਦੇ ਅੰਦਰ ਵਸਿਆ। ਹੁਣ ਇੱਥੇ ਸਵਾਲ ਆ ਗਿਆ ਮੇਰੇ ਮਨ ਚ, ਡਿਵੀਏਸ਼ਨ। ਜੇ ਉਹ ਸਾਰਿਆਂ ਦੇ ਵਿੱਚ ਹੈ, ਮੇਰੇ ਚ ਵੀ ਹੈ, ਮੇਰੀ ਦਰਾਣੀ ਚ ਵੀ ਹੈ, ਮੇਰੀ ਜਠਾਣੀ ਚ ਵੀ ਹੈ, ਜਾਂ ਮੇਰੇ ਉਹ ਡੋਂਟੀਜ਼ ਜਿਨ੍ਹਾਂ ਨਾਲ ਮੇਰੀ ਬਣਦੀ ਨਹੀਂ ਉਹਨਾਂ ਚ ਵੀ ਹੈ। ਤੇ ਜਦੋਂ ਮੈਂ ਉਹਨਾਂ ਨਾਲ, ਓਏ ਇਹ ਕਿੱਥੋਂ ਆ ਗਈ, ਇਹਨੂੰ ਤੱਕ ਕੇ ਤੇ ਮੈਨੂੰ ਸਣ ਕੱਪੜੀ ਅੱਗ ਲੱਗ ਜਾਂਦੀ ਹੈ। ਕੀ ਬਣੂ ਮੇਰਾ? ਕਿੰਨਾ ਕੁ ਹਿਪੋਕ੍ਰੇਸੀ ਚ ਮੈਂ ਜੀ ਲਾਂਗਾ? ਸੋਚਣਾ ਪਏਗਾ। ਨਾ ਕੋ ਬੈਰੀ, ਇਸ ਕਰਕੇ ਮਾਲਕ ਨੇ ਕਿਹਾ ਸੀ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗਮ ਕੋ ਬਨ। I gotta be understood. I gotta be aware of it. ਪ੍ਰਭ ਮੇਰਾ ਸੁਆਮੀ ਅੰਤਰਜਾਮੀ ਘਟ ਘਟ ਰਵਿਆ ਸੋਈ, ਗੁਰਮਤ ਸੱਚ ਪਾਈਐ। ਹੁਣ ਗੁਰਮਤ ਕਿੱਥੋਂ ਆਏਗੀ? ਗੁਰੂ ਦੇ ਕੋਲ ਜਾ ਕੇ, ਗੁਰੂ ਦੇ ਵੱਲ ਮੂੰਹ ਕਰਕੇ, ਗੁਰੂ ਨਾਲ ਲਿਵ ਜੋੜ ਕੇ, ਗੁਰੂ ਵੱਲ ਧਿਆਨ ਦੇ ਕੇ। ਗੁਰਮਤ ਸੱਚ ਪਾਈਐ ਸਹਿਜ ਸਮਾਈਐ, ਤਿਸ ਬਿਨ ਅਵਰ ਨਾ ਕੋਈ। ਐਨੀਵਨ? ਇਟਸ ਕਲੀਅਰ? ਜਦੋਂ ਆਪਾਂ ਪੜ੍ਹੀਏ ਠੀਕ ਦੇ ਅੱਧੇ ਮਹੀਨੇ ਤੇ ਸਾਫ਼ ਹੋ ਜਾਂਦੇ ਨੇ। ਹਾਂਜੀ, ਹੂ ਗੋਸ? ਕਮ ਔਨ ਗਾਇਸ। ਗੁਰਮਤ ਸੱਚ ਪਾਈਏ।
ਗੁਰੂ ਦੇ ਉਪਦੇਸ਼ ਨੂੰ ਸੁਣ ਕੇ, ਮੰਨ ਕੇ, ਸਮਝ ਕੇ, ਵਿਚਾਰ ਕੇ ਤੇ ਅਪਣਾ ਕੇ। ਉਹਦੇ ਤੇ ਆਪਣਾ ਟਰਸਟ ਲਿਆ ਕੇ, ਕੀਦਾ ਲਿਆ ਕੇ ਕਿ ਇਹਦੇ ਵਰਗੀ ਹੋਰ ਕੋਈ ਟਰੂਥ ਨਹੀਂ, ਸੱਚ ਪਾਈਏ, ਜਿਹੜੀ ਐਬਸੋਲੂਟ ਟਰੂਥ ਆ, ਜਿਹੜੀ ਸੁਪਰੀਮ ਸੱਚਾਈ ਆ, ਉਹ ਮਨੁੱਖ ਨੂੰ ਪ੍ਰਾਪਤ ਹੁੰਦੀ ਆ। ਤੇ ਜਦੋਂ ਉਹਨੂੰ ਇਹ ਸੱਚਾਈ ਜਾਂ ਸੱਚ ਪਤਾ ਲੱਗ ਜਾਂਦਾ, ਉਹਨੂੰ ਪ੍ਰਾਪਤ ਹੋ ਜਾਂਦਾ ਵਾ, ਤੇ ਇੱਕਦਮ ਹੀ ਉਹ ਫਿਰ ਸੰਸਾਰ ਵਿੱਚੋਂ ਨਿਕਲ ਕੇ ਤੇ ਚੌਥੀ ਅਵਸਥਾ ਵਿੱਚ ਪਹੁੰਚ ਜਾਂਦਾ ਵਾ, ਸਹਿਜ ਸਮਾਈ ਹੋ ਜਾਂਦਾ ਉਹਦਾ ਉਸੇ ਵੇਲੇ, ਇਮੀਡੀਏਟਲੀ। ਤੇ ਨਾਲ ਨਾਲ ਇਹ ਵੀ ਪਤਾ ਲੱਗ ਜਾਂਦਾ ਵੀ ਤਿਸ ਬਿਨਵਰ ਨਾ ਕੋਈ, ਉਹ ਮਾਲਕ ਤੋਂ ਬਗੈਰ ਹੋਰ ਕੁਝ ਨਹੀਂ ਗਾ, ਮੈਂ ਆਪਣੇ ਆਪ ਨੂੰ ਵੱਖਰਾ ਸਮਝੀ ਫਿਰਦਾ, ਉਹ ਗੱਲ ਕੋਈ ਨਹੀਂ ਗੀ। ਹਾਂਜੀ, ਤੁਸੀਂ ਇਮੇਜਿਨ ਕਰੋ, ਆਪਾਂ ਹੁਣ ਨਾਰਮਲ ਆ ਤੇ ਸਾਡਾ ਵੈਰ ਵੀ ਏ, ਵਿਰੋਧ ਵੀ ਏ, ਆਪਣਾ ਵੀ ਏ, ਪਰਾਇਆ ਵੀ ਏ, ਹੈਨਾ। ਆਲ ਆਫ ਅ ਸਡਨ ਮੇਰਾ ਐਕਸੀਡੈਂਟ ਹੋਇਆ, ਮੈਂ ਹਸਪੀਟਲਾਈਜ਼ਡ ਹਾਂ ਤੇ ਡਾਕਟਰਾਂ ਨੇ ਜਵਾਬ ਦੇਣਾ ਜਾਂ ਨਹੀਂ ਦੇਣਾ, ਉੱਥੇ ਬੈਠਾ ਮੈਂ। ਉੱਥੇ ਮੈਨੂੰ ਚੇਤਾ ਆਉਂਦਾ ਕਿ ਮੈਂ ਉਹਦੀ ਜਾਨ ਕੱਢ ਦਿਆਂ, ਮੈਂ ਉਹਦਾ ਮੂੰਹ ਨਾ ਦੇਖਾਂ। ਇਮੇਜਿਨ ਕਰ ਸਕਦੇ ਹਾਂ ਅਸੀਂ। ਸਿਰ ਇਹਦਾ ਕੰਟਰੇਰੀ ਜਿਹੜਾ ਇੰਡੀਵਿਜੂਅਲ ਐਕਸਪੀਰੀਅੰਸ ਉਹ ਇਹ ਹੈ ਕਿ ਜਦੋਂ ਮੈਂ ਕਿਧਰੇ ਢਿੱਲਾ ਪੈ ਜਾ, ਉਦੋਂ ਮੈਂ ਕਹਿੰਦਾ, ਰੱਬਾ ਮੈਂ ਕਿਸੇ ਦਾ ਕੀ ਵਿਗਾੜਿਆ, ਮੈਨੂੰ ਉਹਨੇ ਹੀ ਬਦਦੁਆ ਦਿੱਤੀ ਹੋਣੀ। ਫਿਰ ਉੱਥੇ ਜਾ ਕੇ ਮੇਰਾ ਮਨ ਟਿਕ ਜਾਂਦਾ। ਇਹ ਇੰਨਾ ਮਨ ਭੈੜਾ ਹੈ। ਤੇ ਜੇ ਮੈਂ ਗੁਰੂ ਦੀ ਮੱਤ ਲੈ ਲਈ ਤੇ ਗੁਰੂ ਕਹਿੰਦਾ, ਨਾ ਕੋ ਬੈਰੀ ਨਾ ਹੈ ਬਗਾਨਾ, ਸਗਲ ਸੰਗਮ ਕੋ ਬਾਨਾ। ਗੁਰੂ ਕਹਿੰਦਾ, ਆਪ ਨੜੇ ਘਰ ਜਾਈਏ, ਪੈਰ ਤਿੰਨਾਂ ਦੇ ਚੁੰਮ। ਕਰ ਸਕਦਾ ਮੈਂ? ਜੇ ਤੇ ਕਰ ਸਕਦਾ ਤੇ ਮੈਂ ਗੁਰੂ ਵੱਲ ਮੂੰਹ ਕੀਤਾ ਹੋਇਆ, ਤੇ ਮੈਂ ਸ਼ਬਦ ਦੇ ਵਿੱਚ ਜੁੜ ਸਕਦਾ, ਤੇ ਮੈਂ ਗੁਰੂ ਦੇ ਗੁਣਾਂ ਦਾ ਗਾਇਨ ਕਰ ਸਕਦਾ। ਗੁਣ ਗਾਵੇਂ ਗੋਬਿੰਦ ਕੀ। ਅਦਰਵਾਈਜ਼ useless. I gotta be reaching at that point. ਗੁਰਮਤ ਸੱਚ ਪਾਈ ਹੈ, ਸਹਿਜ ਸਮਾਈ ਹੈ, ਤੇ ਸਬਿਨ ਉਹ ਤੋਂ ਬਗੈਰ ਹੈ ਹੀ ਕੋਈ ਨਹੀਂ ਭਾਈ। ਕਿਹਨੂੰ ਲੋੜਦਾ ਪਿਆ? Imagine, fathom. ਸਹਿਜੇ ਗੁਣ ਗਾਵਾਂ, ਹੁਣ ਉਹ ਆਇਆ ਨਾ, ਸਹਿਜ ਸਮਾਈਏ। ਸਹਿਜ ਵਿੱਚ ਜਦੋਂ ਚਲਾ ਗਿਆ ਮੈਂ, ਫਿਰ ਸਹਿਜੇ ਗੁਣ ਗਾਵਾਂ, ਪਰ ਕਿਧਰੇ ਮੇਰੇ ਚ ਹਉਮੈ ਨਾ ਆ ਜਾਏ, ਜੇ ਪ੍ਰਭ ਪਾਵਾਂ। ਉਹ ਮੈਂ ਤੇ ਗੁਣ ਗਾ ਆਇਆ, ਉਹ ਮੈਂ ਤੇ ਵਿਚਾਰ ਸਿੱਖ ਆਇਆ। ਨੋ 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 ਨੋ, ਮਾਲਕਾ ਜੇ ਤੇਰੀ ਰਹਿਮਤ ਹੋਏਗੀ ਤੇ ਮੈਂ ਕਰ ਸਕਦਾ। ਅੱਛਾ, ਸੁਣਾਓ ਸਮੁੰਦ में क्या जाना क्या ਹੋਏ। ਮੈਂ ਕਹਾਂ ਕਿ ਅਗਲੇ 5 ਮਿੰਟ ਮੈਂ ਬੋਲ ਲਾਂਗਾ, ਮੇਰੀ ਘੁੰਡੀ ਹੁਣੇ ਹੀ ਦਬਾ ਦਵੇਂ ਤੇ ਮੈਂ ਕਿੱਥੇ ਜਾਣਾ, ਇੰਨਾ ਨੇੜੇ। ਜਿੱਦਾਂ ਕੁਰਾਨ ਸ਼ਰੀਫ ਚ ਉਹਨੇ ਲਿਖਿਆ ਕਿ ਬੰਦਿਆ, ਮੈਂ ਤੇਰੀ ਸ਼ਾਹ ਰੱਗ ਤੋਂ ਨੇੜੇ ਆ। ਤੇ ਗੁਰੂ ਨਾਨਕ ਜਦੋਂ ਮੱਕੇ ਗਿਆ ਤੇ ਉੱਥੇ ਕਾਜ਼ੀ ਰੁਕਨਦੀਨ ਨੂੰ ਇਹ ਗੱਲ ਆਖੀ, ਕਹਿੰਦਾ ਕਿ ਤੇਰੇ ਕੁਰਾਨ ਚ ਲਿਖਿਆ ਹੈ ਕਿ ਮੈਂ ਤੇਰੀ ਸ਼ਾਹ ਰੱਗ ਤੋਂ ਨੇੜੇ ਆ, ਤੂੰ ਕਿਹਦੀ ਗੱਲ ਕਰ ਰਿਹਾ? ਅਸੀਂ ਕਹਿੰਦੇ ਕਿ ਨਹੀਂ, ਰੱਬ ਪਤਾ ਨਹੀਂ ਕਦੋਂ ਆਏਗਾ, ਅਸੀਂ ਪਤਾ ਨਹੀਂ ਕੀ ਰੱਬ ਦਾ ਵਿਗਾੜਿਆ, and all those kinds lamentings. ਸਹਿਜੇ ਗੁਣ ਗਾਵਾਂ, ਜੇ ਪ੍ਰਭ ਪਾਵਾਂ। I can only and only sing thy praise if it is admissible to you, if it is okay with you, if I have your blessings. ਫਿਰ ਕੀ ਹੋਏਗਾ? ਜੇ ਮੈਂ ਇਸ ਤਰ੍ਹਾਂ ਗਾਇਆ ਤੇ ਫਿਰ ਤੂੰ ਆਪੇ ਹੀ ਮੈਨੂੰ ਮਿਲਾ ਲੈਣਾ। See the difference? ਤੇ ਜੇ ਮੈਂ ਮੱਲੋ ਮੱਲੀ ਕੀਤਾ, ਜ਼ਬਰਦਸਤੀ ਕੀਤਾ, ਕੋਈ ਹੱਥ ਨਹੀਂ ਆਣਾ। ਨਾਨਕ ਸੋ ਪ੍ਰਭ ਸ਼ਬਦੇ ਜਾਪੇ,
ਜਪ ਹੈ, ਸ਼ਬਦ ਦੀ ਰਾਹੀਂ ਉਹਦੀ ਪ੍ਰਤੀਤੀ ਹੋਏਗੀ। ਇਹ ਜਾਪਣਾ ਜਿਹੜਾ ਲਫ਼ਜ਼ ਹੈ ਨਾ, ਇਹ ਬੜਾ ਕਮਾਲ ਦਾ ਹੈ। ਇਹ ਮੈਨੂੰ ਪਿਛਲੇ ਦਿਨਾਂ 'ਚ ਇਹਦਾ ਬਹੁਤ ਅਹਿਸਾਸ ਹੋਇਆ ਕਿ ਮੇਰੇ ਕੋਲ ਤੇ ਪ੍ਰਤੀਤੀ ਨਹੀਂ ਹੈਗੀ। ਪਾਤਸ਼ਾਹ ਕਹਿੰਦੇ ਨੇ, ਜੋ ਬਿਨ ਪ੍ਰਤੀਤੀ ਕੂੜੀ ਕੂੜੀ ਅੱਖੀਂ ਮੀਚਦੇ, ਤਿਨਕਾ ਉਤਰ ਜਾਏਗਾ ਝੂਠ ਗੁਮਾਨ। ਹਾਂਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਕਰ ਆਇਆ ਜੀ, ਅੱਧਾ ਘੰਟਾ 2 ਘੰਟੇ ਘੰਟਾ ਪਾਠ ਕਰ ਆਇਆ ਜੀ, ਸੁਖਮਨੀ ਸਾਹਿਬ ਦਾ ਵੀ ਕਰ ਆਇਆ, ਸਹਿਜ ਪਾਠ ਵੀ ਕਰ। ਪ੍ਰਤੀਤੀ ਕੋਈ ਨਹੀਂ ਹੈ। ਪੜਿਆ, ਸੁਣਿਆ, ਸਮਝਿਆ ਵੀ, ਪਰ ਅਪਣਾਇਆ ਨਹੀਂ, ਕਿਉਂਕਿ ਪ੍ਰਤੀਤੀ ਨਹੀਂ ਹੈ। ਕਿੱਦਾਂ ਕਰਨਾ ਹੈ? ਹਾਊ ਡੂ ਆਈ ਫੀਲ? ਪ੍ਰਤੀਤ ਇਹ ਲਫ਼ਜ਼ ਯਾਦ ਕਰ ਲੈਣਾ। ਅੱਜ ਦੇ ਨਾਨਕ ਸੋ ਪ੍ਰਭ ਸ਼ਬਦੇ ਜਾਪੈ, ਅਹਨਿਸ ਨਾਮ ਸਮਾਏ ਧਿਆਏ। ਪਾਤਸ਼ਾਹ ਕਹਿੰਦੇ ਨੇ, ਸ਼ਬਦ ਦੀ ਰਾਹੀਂ ਉਹਦੀ ਪ੍ਰਤੀਤ ਆਏਗੀ। ਹੁਣ ਜੇ ਅਸੀਂ ਪਿੱਛੇ ਚੱਲੀਏ 2 ਸਟੈਂਜ਼ਿਆਂ ਦੇ ਵਿੱਚ, ਤੇ ਸ਼ਬਦ ਦੀ ਰਾਹੀਂ ਦੇਖੋ ਕਿੱਥੇ ਕਿੱਥੇ ਜਾ ਕੇ ਜਾ ਰਿਹਾ ਮਾਲਕ। ਅਹਨਿਸ ਨਾਮ ਧਿਆਏ। ਇਹ ਜਗੋ ਦੁਤਰ, ਇਹਨੂੰ ਦੁੱਤਰ ਨਹੀਂ ਪੜਨਾ, ਅੱਧਕ ਲਗਾ ਕੇ ਨਹੀਂ ਪੜਨਾ। ਇਹ ਜਗੋ ਦੁਤਰ, ਦੁ ਤਰ, ਤਰਨਾ ਦੁ ਔਖਾ, ਡਿਫਿਕਲਟ। ਮਨਮੁਖ ਪਾਰ ਨਾ ਪਾਈ ਰਾਮ। ਇਹ ਸੰਸਾਰ ਸਾਗਰ ਤਰਨ ਵਾਲੀ ਨਹੀਂ ਸੀ, ਔਖਾ ਹੈ। ਤੇ ਜਿਹੜਾ ਮਨ ਦੇ ਮਗਰ ਲੱਗਾ ਨਾ, ਉਹ ਤੇ ਜਾ ਹੀ ਨਹੀਂ ਸਕਦਾ ਪਰਲੇ ਪਾਸੇ। ਉਹਨੂੰ ਤੇ ਸਮਝ ਨਹੀਂ ਆਉਣੀ ਕਿ ਇਹਦਾ ਪਾਰਲਾ ਕਿੱਥੇ ਹੈ। ਬੋਟਮ ਲਾਈਨ, ਅੰਤਰੇ ਹਉਮੈ ਮਮਤਾ, ਕਾਮ ਕ੍ਰੋਧ ਚਤੁਰਾਈ ਰਾਮ। ਮਨਮੁਖ ਹੈ ਨਾ, ਉਹਦੇ ਅੰਦਰ ਕੀ ਕੀ ਬੈਠਾ? ਹੁਣ ਦੇਖਿਓ ਜਰਾ, ਆਪਣੀ ਫੋਟੋ ਖਿੱਚੀਏ ਆਪਾਂ। ਇਹ ਕਿਧਰੇ ਸਾਡੀ ਫੋਟੋ ਤਾਂ ਨਹੀਂ ਹੈ। ਅੰਤਰੇ ਮੇਰੇ ਅੰਦਰ ਹਉਮੈ ਹੈਗੀ ਹੈ ਤੇ ਮੈਂ ਮਨਮੁਖ ਹਾਂ। ਮਮਤਾ ਹੈਗੀ ਹੈ ਤੇ ਮੈਂ ਮਨਮੁਖ ਹਾਂ। ਕਾਮ ਕ੍ਰੋਧ ਚਤੁਰਾਈ ਰਾਮ। ਮੈਨੂੰ ਕੋਈ ਕਹਿੰਦਾ ਵੀ ਸ਼ਬਦ ਦੇ ਅਰਥ ਕਰ, ਤੇ ਮੈਂ ਪੜ੍ਹ ਕੇ ਸੁਣਾ ਦਿੰਦਾ। ਤੇ ਮੈਂ ਮਨਮੁਖ ਹਾਂ ਕਿ ਗੁਰਮੁਖ? ਫੈਸਲਾ ਮੇਰਾ। ਐਕਚੁਅਲਾਈਜੇਸ਼ਨ ਹੈ। ਕਿਸੇ ਨੂੰ ਇੱਥੇ ਬਿਲਿਟਲ ਨਹੀਂ ਕਰਨਾ ਸੀ, ਪਰ ਸੈਲਫ ਰਿਅਲਾਈਜੇਸ਼ਨ ਹੈ। ਅੰਤਰ ਚਤਰਾਈ ਦੇਖੋ, ਹਾਲੇ ਮੁਕਾਈ ਨਹੀਂ ਗੱਲ। ਜੇ ਅੰਦਰ ਤੇਰੇ ਚਤਰਾਈ ਆ ਨਾ ਪੁੱਤਰਾ, ਤੇ ਥਾਂ ਨਾ ਪਾਈ, you'd be of no beard। ਤੇ not only that, ਬਿਰਥਾ ਜਨਮ ਗਵਾਇਆ। ਤੂੰ ਤੇ ਆਪਣਾ ਜਨਮ ਹੀ ਬਿਰਥਾ ਗਵਾ ਲਿਆ, ਅਜਾਈ ਗਵਾ ਲਿਆ, ਕੁਝ ਖੱਟਿਆ ਹੀ ਨਹੀਂ। ਹੁਣ ਪਾਤਸ਼ਾਹ ਕਹਿੰਦੇ ਨੇ, ਵਣਜ ਕਰੋਵਣ ਜਾ ਰਹੇ ਹੋ, ਵੱਖਰ ਲਿਓ ਸਮਾਲ। ਆਪਣਾ ਵਪਾਰ ਜਿਹੜਾ ਨਾ, ਜੋ ਖਰੀਦਣਾ ਜੇ ਖਰੀਦ ਲਓ, ਸਟਾਕ ਕਰ ਲਓ। ਹੁਣ ਜਾ ਰਹੇ ਹੋ ਉਹੀ ਜੀ ਚੀਜ਼ ਲੈਣਾ ਜਿਹੜੀ ਤੁਹਾਡੇ ਨਾਲ ਜਾਏ। ਤੇ ਇਹ ਮਾਇਆ, ਮੋਹ, ਕ੍ਰੋਧ, ਚਤੁਰਾਈ, ਇਹ ਤੇ ਮੇਰੇ ਨਾਲ ਨਹੀਂ ਜਾਂਦੀ। ਜਮ ਮਗ ਦੁੱਖ ਪਾਵੈ, ਚੋਟਾਂ ਖਾਵੈ। ਹੁਣ ਮੈਂ ਕਿਉਂਕਿ ਮਨ ਦੇ ਮਗਰ ਲੱਗਾ, ਤੇ ਗੁਰਮੁਖ ਤੇ ਬਣਿਆ ਹੀ ਨਹੀਂ ਆ। ਮਨਮੁਖ ਆਪੋਜ਼ਿਟ ਗੁਰਮੁਖ। ਤੇ ਫਿਰ ਮੈਨੂੰ ਚੋਟ, ਅੱਛਾ ਇੱਥੇ ਨਾ ਜਦੋਂ ਚੋਟਾਂ ਖਾਣੀਆਂ ਆਉਂਦੀਆਂ ਨਾ, ਤੇ ਅਸੀਂ ਇਮੈਜਿਨ ਕਰਦੇ ਹਾਂ ਵੀ ਜਦੋਂ ਮਰ ਜਾਣਾ, 84 ਲੱਖ ਯੋਜਨ ਜਾਣਾ, ਬਲਾ ਬਲਾ ਬਲਾ। ਚੋਟਾਂ ਖਾਣਾ ਮੈਂ ਦੇਖਾਂ ਕਿ ਮੇਰੀ ਅੱਜ ਦੀ ਡੇਟ ਵਿੱਚ ਹੈ।
ਜੇ ਮੇਰੇ ਅੰਦਰ ਇਹ ਵਾਲੀ ਅਵੇਅਰਨੈਸ ਹੈ, ਅੰਤਰ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਤੇ ਥਾਂ ਨਾ ਪਾਈ ਬਿਰਥਾ ਜਨਮ ਗਵਾਇਆ ਹੈ ਮੇਰੇ ਨਾਲ, ਤੇ ਫਿਰ ਮੇਰੇ ਨਾਲ ਕੀ ਹੋ ਰਿਹਾ ਹੈ ਕਿ ਜਮ ਮਗ ਦੁੱਖ ਪਾਪ, ਫਿਰ ਮੈਂ ਜਮਾਂ ਦੇ ਰਾਹ ਤੇ ਪੈ ਗਿਆ। ਜਮ ਕੌਣ ਹੈ? ਹਾਂਜੀ, विकार यमराज, नहीं, विकार काम क्रोध ਕਾਮ ਕ੍ਰੋਧ ਲੋਭ ਮੋਹ। ਪਰਮਜੀਤ ਜੀ ਥੱਕੇ ਆਏ ਹੋ? ਨਹੀਂ, ਪੰਜ ਦੂਤ ਜਿਹੜੇ ਸਾਰੇ ਚਮੜੇ ਹੋਏ। ਹਾਂਜੀ, ਉਹ ਵਿਕਾਰ, ਉਹਨਾਂ ਦੇ ਰਾਹ ਤੇ ਪੈ ਗਿਆ ਮੈਂ, ਕਿਉਂਕਿ ਮੈਂ ਮਨਮੁਖ ਹਾਂ। ਸਹਿਜ ਕੋਈ ਨਹੀਂ, ਗੁਰਮੁਖ ਕੋਈ ਨਹੀਂ, ਸ਼ਬਦ ਕੋਈ ਨਹੀਂ, ਗੁਣ ਕੋਈ ਨਹੀਂ, ਉਹਦੀ ਸਿਫਤੋ ਸਲਾਹ ਕੋਈ ਨਹੀਂ, ਸਾਰੇ ਆਪੋਜ਼ਿਟ। ਜਮ ਮਗ, ਫਿਰ ਇਹਨਾਂ ਦੇ ਵਿੱਚ ਫਿਰ ਵਿਕਾਰਾਂ ਦੇ ਵਿੱਚ ਕੀ ਮਿਲੇਗਾ? ਉਹਨੂੰ ਦੁੱਖ ਮਿਲੇਗਾ। ਚੋਟਾਂ ਖਾਵੇ। ਕਿਹੜੀਆਂ ਚੋਟਾਂ? ਕੋਈ ਸੱਟ ਲੱਗਦੀ ਮੈਨੂੰ, ਕੋਈ ਐਕਸੀਡੈਂਟ ਹੁੰਦਾ, ਜਾਂ ਇਧਰੋਂ ਆਉਣਾ ਕੋਈ, ਮੈਂ ਇਧਰੋਂ ਆਉਂਦਾ ਕੋਈ, ਮੈਂ ਤੇ ਪ੍ਰੀਟੈਂਸ਼ਨ ਬੜੀ ਜ਼ਬਰਦਸਤ ਕੀਤੀ ਹੋਈ ਹੈ, ਸਵੇਰੇ ਉੱਠ ਕੇ ਪਾਠ ਵੀ ਕਰਨਾ ਹੈ, ਸਿਮਰਨ ਵੀ ਕਰਨਾ ਹੈ, ਸਾਰਾ ਕੁਝ ਕਰਨਾ ਹੈ। ਇਧਰੋਂ ਮੇਰਾ ਪੋਤਾ ਆਇਆ, ਮੈਨੂੰ ਦੁਖੀ ਕਰ ਗਿਆ ਇਮੋਸ਼ਨਲੀ। ਧੀ ਆਈ, ਫੋਨ ਚੱਕ ਕੇ ਉਹਨੇ ਮਾਰਿਆ ਫੋਨ, ਆਈ ਗਾਟ ਅਪਸੈਟ। ਤੇ ਮੈਂ ਕਹਿੰਦਾ ਪਤਾ ਮੈਂ ਕਿਹੜੇ ਜਨਮ ਦੇ ਦੁੱਖ ਕੀਤੇ ਨੇ, ਪਤਾ ਨਹੀਂ ਮੈਂ ਕਿਹੜੇ ਜਨਮ ਦੇ ਵਿੱਚ ਪਾਪ ਕੀਤੇ। ਓਏ ਇਹ ਜਿਹੜਾ ਹੁਣ ਕਰਕੇ ਹਟਿਆ ਮੈਨੂੰ ਪਤਾ ਹੀ ਨਹੀਂ। ਯੂ ਨੋ, ਜਾਂ ਮਗ ਦੁੱਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਛਤਾ। ਹੁਣ ਅੰਤ ਕਿਹੜਾ ਆਇਆ ਜੀ? ਅਲਟੀਮੇਟਲੀ, ਕਨਕਲੂਡਿੰਗਲੀ, ਐਕਰੂਇੰਗਲੀ, ਕਿਉਂਕਿ ਮੈਂ ਮਨਮੁਖ ਸੀ, ਮੈਂ ਕੋਈ ਗੁਰਮੁਖਤਾ ਵਾਲੀ ਗੱਲ ਨਹੀਂ ਕੀਤੀ। ਸ਼ਬਦ, ਗੁਰੂ, ਗੁਰਬਾਣੀ ਇਹਦੇ ਵੱਲ ਚੱਲਿਆ ਹੀ ਨਹੀਂ। ਮੈਂ ਸਿਰਫ ਪ੍ਰੀਟੈਂਸ਼ਨ ਕੀਤੀ ਹੈ, ਉੱਪਰੋਂ ਉੱਪਰੋਂ, ਪ੍ਰਤੀਤੀ ਤੋਂ ਬਗੈਰ। ਤੇ ਉਹਦੇ ਨਾਲ ਕੀ ਹੋਇਆ ਕਿ ਮੈਂ ਅਖੀਰ ਤੱਕ ਸਾਰੀ ਜ਼ਿੰਦਗੀ ਰੁਲਦਾ ਹੀ ਰਹਿ ਗਿਆ, ਪਛਤਾਉਂਦਾ ਹੀ ਰਹਿ ਗਿਆ। ਹੈ ਨਾ, ਰਾਮ ਰਾਏ ਨੈਣੋ ਨੀਰ ਬਹੈ ਤਨ ਖੀਨਾ, ਭਏ ਕੇਸ ਦੁੱਧਵਾਨੀ, ਅੱਖਾਂ ਚੋਂ ਪਾਣੀ ਆਉਣਾ ਸ਼ੁਰੂ ਹੋ ਗਿਆ। ਤਨ ਖੀਨਾ, ਖੀਨ ਹੋ ਗਿਆ, ਦੁਰਬਲ ਹੋ ਗਿਆ। ਚਿੱਟੇ ਕੇਸ ਜਿਹੜੇ ਸੀ ਉਹ ਕਾਲੇ ਕੇਸ ਜਿਹੜੇ ਸੀ ਚਿੱਟੇ ਹੋ ਗਏ। ਮੈਂ ਹੁਣ ਨਹੀਂ ਦਿੰਦਾ, ਉਹ ਵੱਖਰੀ ਗੱਲ ਹੈ। ਭਏ ਕੇਸ ਦੁੱਧਵਾਨੀ, ਚਿੱਟੇ ਹੋ ਗਏ ਨੇ ਵਾਲ। ਰੂੰਦਾ ਕੰਠ ਕਰਦਾ, ਸ਼ਬਦ ਨਹੀਂ ਉਚਰਿਆ, ਲਫ਼ਜ਼ ਮੂੰਹ ਨਹੀਂ ਨਿਕਲਦਾ। ਅਬ ਕਿਆ ਕरें ਪੁਰਾਣੀ, ਹੁਣ ਕੀ ਕਰੇਗਾ ਪੁੱਤਰ? ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤ ਹੈ ਲਿਓ ਉਬਾਰੀ। ਫਿਰ ਮੈਨੂੰ ਇਹ ਕਹਿਣਾ ਪੈਂਦਾ, ਅੰਤ ਗਿਆ ਪਛਤਾਇਆ। ਬਿਨ ਨਾਵੇਂ ਖਿਆਲ ਰਹੇ ਪੁੱਤਰ। ਕਿੰਨੇ ਪਿਆਰ ਦੇ ਨਾਲ ਗੁਰੂ ਸਾਹਿਬ ਸਮਝਾਉਂਦੇ, ਬੱਚਿਆ ਬਿਨ ਨਾਵੇਂ ਕੋ ਬੇਲੀ ਨਹੀਂ ਹੋਏ ਤੂੰ ਕਾਮ ਕ੍ਰੋਧ ਹੈ ਸਾਰਿਆਂ ਫੋਰ ਗੋਇੰਗ ਸਾਰਾ। ਪੁੱਤ, ਕੁਟੰਬ, ਸੁੱਤ, ਭਾਈ। ਕਿੰਨੀ ਕੁ ਵਾਰੀ ਮੈਂ ਪੜਿਆ ਗੱਲ ਜੀ ਕਿ ਪੁੱਤਰ ਕਲਤਰ ਨਾ ਸੰਗ ਧਨਾ ਹਰ ਅਬਨਾਸੀਓ, ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ। ਕਹਿੰਦੇ ਗਲਤਾਨ ਹੋ ਕੇ ਪਲਚ ਪਲਚ ਕੇ ਝੂਠੇ ਮੋਹ ਦੇ ਧੰਦੇ ਦੇ ਵਿੱਚ ਸਾਰੀ ਮਰ ਗਈ। ਬਿਨ ਨਾਵੇਂ ਕੋ ਬੇਲੀ ਨਹੀਂ। ਹੁਣ ਇੱਥੇ ਗੁਰਮੁਖ, ਸ਼ਬਦ, ਸਹਿਜ, ਗੁਰੂ, ਵਾਹਿਗੁਰੂ, ਉਹਦੀ ਥਾਂ ਤੇ ਨਾਵੇਂ ਆ ਗਿਆ, ਸਿਨੋਨਿਮ ਹੈ। ਕੋ ਬੇਲੀ ਨਹੀਂ, ਪੁੱਤ, ਕੁਟੰਬ, ਸੁੱਤ, ਭਾਈ। ਤੂੰ ਇਹਨਾਂ ਦੇ ਨਾਲ ਮੋਹ ਪਾਇਆ ਹੋਇਆ, ਪੁੱਤਰ ਦੇ ਨਾਲ, ਪਰਿਵਾਰ ਦੇ ਨਾਲ, ਸੁੱਤ ਬੱਚੇ ਦੇ ਨਾਲ, ਭਾਈ ਦੇ ਨਾਲ। ਨਾਨਕ ਐਕਚੁਅਲ ਦੇ ਵਿੱਚ ਬਲਿਆ ਸਮਝ ਲੈ, ਨਾਨਕ ਮਾਇਆ ਮੋਹ ਪਸਾਰਾ। ਇਹ ਸਾਰਾ ਪਸਾਰਾ ਤੇ ਮਾਇਆ ਦਾ ਸੀਗਾ। ਯੂ ਡਿਡਨਟ ਰੀਅਲਾਈਜ਼। ਆ ਗਏ ਸਾਥ ਨਾ ਜਾਏ।
ਇਹਨੇ ਤੇਰੇ ਨਾਲ ਹੀ ਨਹੀਂ ਸੀ ਜਾਣਾ। ਇਹਨੇ ਤੇ ਤੇਰੇ ਪ੍ਰੈਜ਼ੈਂਟ ਨੂੰ ਇਸ ਤਰ੍ਹਾਂ ਘੁੰਮਣ ਘੇਰੀ ਵਰਲਪੂਲ ਦੇ ਵਿੱਚ ਪਾ ਦੇਣਾ ਸੀ ਕਿ ਯੂ ਵੋਂਟ ਇਵਨ ਰੀਅਲਾਈਜ਼ ਹਾਊ ਮਚ ਡੀਪ ਯੂ ਹੈਵ ਗੋਨ ਇਨਟੂ। ਹੁਣ ਹਾਂ ਪੁੱਛੋ, ਇਹ ਦੇਖੋ ਹੁਣ ਅਗਲੀ ਗੱਲ ਹੈ, ਇਹ ਮੇਰੀ ਹਾਲਾਤ ਬਣ ਗਏ ਨੇ। ਤੇ ਹੁਣ ਪਾਤਸ਼ਾਹ ਕਹਿੰਦੇ ਨੇ ਹਾਂ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਵਿਦ ਦੁਤਾਰ ਤਰੀਏ ਰਾ। ਹੁਣ ਮੈਂ ਗੁਰੂ ਦੇ ਕੋਲ ਚੱਲਾਂ ਕਿ ਪਾਤਸ਼ਾਹ ਜੀ ਮੈਨੂੰ ਦੱਸੋ, ਇਹ ਦੁਤਾਰ ਜਿਹੜਾ ਹੈ, ਇਹ ਮੋਹ ਜਿਹੜਾ ਹੈ, ਇਹ ਜਿਹੜੀ ਅਸੀਂ ਤੀਸਰੇ ਸਟੈਂਜ਼ੇ ਚ ਮਾਲਕ ਨੇ ਗੱਲਾਂ ਸਮਝਾਈਆਂ, ਇਹ ਮਨਮੁਖਤਾਈ ਵਾਲੀ ਗੱਲ, ਚਲੋ ਏਦਾਂ ਕਹਿ ਲਈਏ ਟੋਟੈਲਿਟੀ ਚ। ਮੈਂ ਪਾਤਸ਼ਾਹ ਨੂੰ, ਗੁਰੂ ਨੂੰ ਪੁੱਛਾਂ ਕਿ ਮਾਲਕ ਜੀ ਮੈਂ ਇਹ ਦੁਤਾਰ ਕਿਵੇਂ ਧਰਾਂ? ਲਾ ਇੱਕ ਲਾਈਨ ਦੇ ਵਿੱਚ ਜਵਾਬ, ਸਤਿਗੁਰ ਭਾਏ ਚੱਲੋ। ਇੱਕ ਲਾਈਨ, ਸਤਿਗੁਰ ਦੇ ਭਾਣੇ ਚ ਚੱਲੋ। ਚੱਲ ਸਕਦਾ? ਜੀਵ ਤੇ ਆਏ ਮਰੀਏ ਰਾਮ। ਯਾਨੀ ਕਿ ਮੇਰੇ ਨਾਲ ਜੋ ਕੁਝ ਵੀ ਹੋ ਜਾਏ ਮੈਂ ਸਮਝਾਂ ਗੁਰੂ ਦਾ ਭਾਣਾ ਹੈ। ਤੇ ਏਦਾਂ ਹੀ ਜਿਉਂਦੇ ਵੀ ਮਰ ਗਿਆ। ਮੈਨੂੰ ਆ ਕੇ ਕਿਸੇ ਗਾਲ ਕੱਢੀ, ਮੈਂ ਕਿਹਾ ਚੱਲ ਤੇਰਾ ਭਾਣਾ ਪਾਤਸ਼ਾਹ, ਮੈਨੂੰ ਕੁਝ ਹੁੰਦਾ ਹੀ ਨਹੀਂ। ਜੀਵਤਿਆਂ ਇਹ ਮਰੀਏ ਰਾਮ। ਜਿਉਂਦੇ ਜੀ ਮਰਨਾ ਇਹ ਹੈ ਕਿ ਮੈਨੂੰ ਕਿਸੇ ਦੀ ਕੋਈ ਗੱਲ ਨਾ ਲੱਥੀ ਦੀ ਨਾ ਚੜੀ। ਜੀਵਤਿਆਂ ਮਰੀਏ, ਜੇ ਜਿਉਂਦਿਆਂ ਮਰਨਾ ਆ ਗਿਆ, ਭਾਵ ਮੇਰੇ ਅੰਦਰ ਜਿਹੜੀ ਮੈਨੂੰ ਕੋਈ ਟਿੰਗਲ ਕਰਦੀ ਹੈ ਉਹ ਮੁੱਕ ਜਾਏ ਤੇ ਭੌਜਲ ਤਰੀਏ। ਫਿਰ ਮੈਂ ਉਹ ਹੈ ਸੀ ਨਾ, ਮਨਮੁਖ ਪਾਰ ਨਾ ਪਾਈ ਰਾਮ, ਫਿਰ ਤੂੰ ਤਰ ਜਾਏਗਾ। ਫਿਰ ਗੁਰਮੁਖ ਨਾਮ ਸਮਾਵੈ, ਫਿਰ ਉਹਦੇ ਨਾਮ ਦੇ ਵਿੱਚ ਮੈਂ ਸਮਾ ਸਕਦਾ। ਫਿਰ ਉਹੀ ਗੱਲ ਆ ਗਈ ਜਿਹੜੀ ਪਹਿਲਾਂ ਸੀਗੀ, ਤੇ ਪੂਰਾ ਪੁਰਖ ਪਾਇਆ ਵਡਭਾਗੀ, ਵੱਡੇ ਭਾਗਾਂ ਦੇ ਨਾਲ ਕੀ ਹੋਏਗਾ? ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇਗਾ। ਮੈਨੂੰ ਨੇੜੇ ਲੱਗੇਗਾ। ਅੰਤਰਜਾਮੀ ਤੇ ਉਹ ਹੈ ਹੀ ਹੈ। ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਨਾਮ ਲਿਵ ਲਾਵੇ। ਨਾਮ ਦੇ ਵਿੱਚ ਲਿਵ ਲਾਏਗਾ, ਤੇਰੀ ਲਿਵ ਲੱਗ ਜੇਗੀ। ਇਹੋ ਜਿਹਾ ਮਨੁੱਖ ਜਿਹੜਾ ਏਦਾਂ ਕਰ ਲਵੇ, ਜੀਵਤਿਆ ਮਰ ਜੇ, ਸਤਿਗੁਰ ਨੂੰ ਪੁੱਛ ਲਵੇ ਤੇ ਪੁੱਛ ਕੇ ਫਿਰ ਤੁਰ ਪਵੇ। ਇਹ ਨਹੀਂ ਕਿ ਪੁੱਛ ਲਿਆ ਤੇ ਤੁਰਿਆ ਹੈ ਨਹੀਂ। ਪੁੱਛਤ ਪਥਿਕ ਤੇ ਮਾਰਗ ਨਾ ਧਾਰੇ ਪੱਗ। ਡਾਇਰੈਕਸ਼ਨਾਂ ਲੈ ਲਈਆਂ ਪਰ ਤੁਰੇ ਨਹੀਂ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ। ਡਾਕਟਰ ਨੂੰ ਪੁੱਛ ਲਿਆ ਦਵਾਈ ਕਿਹੜੀ ਹੈ, ਖਾਦੀ ਹੈ ਨਹੀਂ, कैसे मिटे रोग सुख सहज समाइए। पूछत है वैद खाता औखद संजम से। यह गल नहीं है। पूरा पुरख पाया वडभागी सच नाम लिव लावे। ਵੱਡੇ ਭਾਗਾਂ ਦੇ ਨਾਲ ਉਹਨੂੰ ਪੂਰਾ ਪੁਰਖ ਅਕਾਲ ਪੁਰਖ ਸਤਿਗੁਰੂ ਗੁਰੂ ਹਾਸਲ ਹੋ ਜਾਂਦਾ, ਉਹਨੂੰ ਮਿਲ ਜਾਂਦਾ ਹੈ। ਆਪ ਉਹਨੂੰ ਨੇੜਤਾ ਲੱਗਦੀ ਹੈ। ਨੇੜਾ ਹੈ ਦੂਰ ਨਾ ਜਾਣਿਓ ਨਿਤਸਾਰ ਸੰਭਾਲ। ਫਿਰ ਹੋਰ ਕੀ ਹੁੰਦਾ ਇਹਦੇ ਨਾਲ, ਜੇ ਗੁਰੂ ਦੀ ਆ ਗੱਲ ਇੱਕ ਮੰਨ ਲਈਏ, ਮਤ ਪ੍ਰਗਾਸ ਪੈ, ਕਿਉਂਕਿ ਪ੍ਰਤੀਤੀ ਆ ਗਈ, ਮੇਰੀ ਮਤ ਦਾ ਵੀ ਐਕਸਪੈਂਸ਼ਨ ਹੋ ਗਈ, ਪ੍ਰਗਾਸ ਚਾਨਣ ਹੋ ਗਿਆ, ਅਗਿਆਨ ਅੰਧੇਰ ਵਿਨਾਸ਼ ਹੋ ਗਿਆ, ਗਿਆਨ ਅੰਜਨ ਗੁਰ ਦੀ। ਗੁਰੂ ਨੇ ਮੈਨੂੰ ਐਂਟੀਮਨੀ ਦਿੱਤੀ, ਸੁਰਮਾ ਦਿੱਤਾ, ਮੈਂ ਉਹਨੂੰ ਪਾਇਆ ਤੇ ਅਗਿਆਨ ਵਿਨਾਸ਼ ਹੋ ਗਿਆ। ਮਤ ਪ੍ਰਗਾਸ ਭਈ, ਮਨ ਮਾਨਿਆ ਰਾਮ ਨਾਮ ਵਡਿਆਈ।
ਤੇ ਫੇਰ ਕੀ ਹੁੰਦਾ ਹੈ? ਫਿਰ ਮਨ ਜਿਹੜਾ ਨਾ ਉਹ ਰੱਬ ਜੀ ਦੇ ਨਾਂ 'ਚ ਪਤੀਜ ਜਾਂਦਾ ਹੈ, ਪ੍ਰਤੀਤੀ ਆ ਗਈ ਨਾ। ਫਿਰ ਮੈਂ ਨਹੀਂ, ਪ੍ਰਭ ਸਭ ਕੁਛ ਤੇਰਾ। ਨਾਨਕ ਪ੍ਰਭ ਪਾਇਆ, ਫੇਰ ਪਾ ਲਿਆ। ਉਹ ਕਿਧਰੇ ਤੇ ਸੀਗਾ ਪਾਰ ਨਾ ਪਾਈ, ਉਹਨੂੰ ਰਸਤਾ ਨਹੀਂ ਸੀ ਲੱਭਦਾ, ਉਹ ਰਸਤਾ ਹੀ ਲੱਭਦਾ ਪਿਆ ਸੀ, ਤੇ ਇੱਥੇ ਰੱਬ ਹੀ ਮਿਲ ਗਿਆ। ਨਾਨਕ ਪ੍ਰਭ ਪਾਇਆ, ਸ਼ਬਦ ਮਿਲਾਇਆ, ਸ਼ਬਦ ਦੇ ਰਾਹੀਂ ਜੋਤੀ ਜੋਤ ਮਲਾਈ। ਜੋਤੀ ਜੋਤ ਮਲਾਈ ਕੀ ਹੋਇਆ? ਅੰਦਰ ਜੋਤ ਬੈਠੀ, ਫਿਰ ਮੇਰਾ ਕਨੈਕਸ਼ਨ ਜੁੜ ਗਿਆ, ਵਨਨੈਸ ਦੇ ਵਿੱਚ ਚਲਾ ਗਿਆ, ਮੈਂ ਉਸ ਡੋਮੇਨ 'ਚ ਚਲਾ ਗਿਆ ਜਿੱਥੇ ਆਈਨੈਸ ਤੇ ਅਦਰਨੈਸ ਨਹੀਂ ਸੀ। ਇਟ ਕੈਨ ਬੀ ਐਕਸਪਲੇਨਡ more and more. There are so much depth in these stanzas, but we try to stay in time frame. ਏਦਾਂ ਜੇ ਅਸੀਂ ਅਰਥ ਕਰੀਏ, ਅਸੀਂ ਸਿਰਫ ਐਗਜ਼ਾਮਪਲ ਲਈਏ ਇੱਕ ਦੋ ਸਟੈਂਜ਼ਸ ਦੀ, ਯਕੀਨ ਜਾਣਨਾ ਸਾਨੂੰ ਸਾਰਿਆਂ ਨੂੰ ਗੁਰਬਾਣੀ ਚੰਗੀ ਲੱਗਣ ਲੱਗੀ, ਮਿੱਠੀ ਲੱਗੀ। ਹੈ ਮੇਰੇ ਮਾਲਕ ਨੇ ਕਿ questions or any add-ons? ਹਾਂਜੀ, ਇੱਕ ਅਖੀਰਲੀਆਂ ਲਾਈਨਾਂ ਫਿਰ ਤੋਂ ਤੁਸੀਂ ਪੜੋ। ਇਹ ਵਡਭਾਗੀ ਹੈ ਕਿ ਵਡਿਆਈ? ਇੱਥੇ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ। ਅੱਛਾ, ਇਹਦੇ ਚ ਵਡਭਾਗੀ ਦਿੱਤਾ ਹੋਇਆ ਮੇਰੇ ਚ ਨਾ, ਦੈਟਸ ਵਾਈ ਵਾਸਤੇ। ਹਾਂਜੀ, ਕੋਈ ਗੱਲ ਨਹੀਂ, ਇੱਥੇ ਸਾਨੂੰ ਐਕਸਕਿਊਜ਼ ਲੈਣਾ ਪੈਂਦਾ ਕਿਉਂਕਿ ਅਸੀਂ ਹੁਣ ਐਪਸ ਦੇ ਵਿੱਚ ਹੈਗੇ ਆ, ਪਰ ਤੁਸੀਂ ਉਹ ਪੜੋ, ਤੁਹਾਡੇ ਕੋਲ ਤੇ ਉਹ ਹੁੰਦਾ ਹੈ। ਮੈਂ ਸਟੀਕ ਤੋਂ, ਹਾਂਜੀ ਮੈਂ ਪੋਥੀ ਤੋਂ ਪੜ ਰਹੀ ਹਾਂ, ਉਸ ਤੋਂ ਪਹਿਲੇ ਵੀ ਰਾਮ ਨਾਮ ਵਡਭਾਗੀ। ਹਾਂਜੀ, ਇਹਦੇ ਤੇ ਵਡਭਾਗੀ ਦਿੱਤਾ ਹੋਇਆ, ਰਾਮ ਨਾਮ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵ ਲਾਵੇ। ਉੱਥੇ ਤੇ ਵਡਭਾਗੀ ਹੈ, ਯੂ ਆਰ ਕਨਫਿਊਜ਼ਿੰਗ। ਅੱਛਾ ਠੀਕ ਹੈ, ਤੇ ਨਹੀਂ the next line, ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਭਾਗੀ। that's what it's ਉੱਥੇ ਵੀ ਵਡਭਾਗੀ ਹੈ? ਹਾਂਜੀ। ਓ ਨੋ, ਨਹੀਂ ਵਡਭਾਗੀ ਪਹਿਲੇ ਹੈ, ਦੂਜਾ ਵਡਿਆਈ ਹੈ। ਇਹਦੇ ਚ ਪੋਥੀ ਵਿੱਚ ਵਡਿਆਈ ਲਿਖਿਆ, ਪਰ ਉਹਨਾਂ ਤੁਸੀਂ ਲਿਖਿਆ ਸੈਕਿੰਡ ਵਨ ਇਜ਼ ਵਡਭਾਗੀ। ਰਾਮ ਨਾਮ ਦੇ ਨਾਲ ਕੀ ਹੈਗਾ? ਵਡਭਾਗੀ ਹੈ, ਮੇਰੇ ਇਸ ਤੇ ਵਡਭਾਗੀ। ਐਨੀਵੇ ਠੀਕ ਹੈ, ਵਡਿਆਈ ਮੇਕਸ ਸੈਂਸ। ਰਾਮ ਨਾਮ ਵਡਿਆਈ। ਓਕੇ ਠੀਕ ਹੈ। ਰਾਮ ਨਾਮ ਵਡਭਾਗੀ ਨਹੀਂ ਹੋ ਸਕਦਾ ਭੈਣ ਜੀ, ਜਿਹੜੇ ਇੱਥੇ ਸਪੈਲਿੰਗਸ ਨੇ ਨਾ ਗ੍ਰਾਮਰ ਦੇ, ਹਾਂ ਨਹੀਂ, ਲੱਗਦਾ ਕਿ ਵਡਿਆਈ ਹੋਏਗਾ, ਹੋਣਾ ਵਡਿਆਈ ਚਾਹੀਦਾ ਹੈ, ਪਰ ਆਈ ਥਿੰਕ ਇਟਸ ਅ ਮਿਸਪ੍ਰਿੰਟ। ਹਾਂਜੀ ਹਾਂਜੀ ਠੀਕ ਹੈ। ਯਾ we have to tolerate that, ਸਾਨੂੰ ਇੰਨਾ ਕੁਝ ਐਪਸ ਦਿੰਦੀਆਂ ਨੇ, ਹੈ ਨਾ? ਹਾਂਜੀ, ਨਹੀਂ ਐਪਸ ਇੰਨਾ ਕੁ ਹੋ ਜਾਏ ਤੇ ਕੋਈ ਗੱਲ ਨਹੀਂ। ਕਾਰ ਸਿੰਘ ਜੀ, ਐਨੀਥਿੰਗ ਫਰਮ ਯੂ ਪਲੀਜ਼? You okay? ਹਾਂਜੀ, ਵੈਰੀ ਨਾਈਸ। ਮੇਰਾ ਇਹ ਫੇਵਰਿਟ ਸ਼ਬਦ ਹੈ ਅਖੀਰਲਾ ਬੰਦ। ਤੇ ਫਿਰ ਤੁਹਾਨੂੰ ਕਰਨਾ ਚਾਹੀਦਾ ਸੀ ਯਾਰ। ਕੋਈ ਨਹੀਂ ਕਿਸੇ ਕਰ ਲਿਆ। ਹਾਂਜੀ ਹਾਂਜੀ, ਨਹੀਂ ਬਹੁਤ ਸੋਹਣਾ, ਵੈਰੀ ਨਾਈਸ। ਹਾਂਜੀ ਚਲੋ ਸਮਾਪਤੀ ਕਰੀਏ ਜੀ। ਹਾਂਜੀ। ਵਾਹਿਗੁਰੂ ਬਿਲਾਵਲ ਮਹਿਲਾ ਪੰਜਵਾਂ। ਰਾਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ। ਸੇਵਾ ਕਛੂ ਨ ਜਾਨਉ ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਰਹਾ ਹਮ ਅਵਗਣ ਕਰੈ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ। ਦਾਸੀ ਸੰਗਤ ਪ੍ਰਭु त्याग एक कर्म हमारे।
तुम देवो सब किछ दया तार, हम अकिरत कणारे लाग परे तेरे दान स्यों, नह चित खस मारे। तुझ ते बाहर किछ नहीं, भाव काटन हारे, कहो नानक शरण दयाल गुर, ले हो मुग्ध उधारे। तुझ ते बाहर किछ नहीं, भव काटन हारे, कहो नानक शरण दयाल गुर, ले हो मुग्ध उधारे। एक ओंकार सतनाम करता पुरख, निरभਉ निर्वैर, अकाल मूरत अजूनी सैभं गुर प्रसाद। एक ओंकार सतनाम करता पुरख, निरभਉ निर्वैर, अकाल मूरत अजूनी सैभं गुर प्रसाद। एक ओंकार सतनाम करता पुरख, निरभਉ निर्वैर, अकाल मूरत अजूनी सैभं गुर प्रसाद। एक ओंकार सतनाम करता पुरख, निरभਉ निर्वैर, अकाल मूरत अजूनी सैभं गुर प्रसाद। एक ओंकार सतनाम करता पुरख, निरभਉ निर्वैर, अकाल मूरत अजूनी सैभं गुर प्रसाद। वाह गुरु वाह गुरु वाह गुरु वाह गुरु वाहे गुरु। वाहिगुरु जी का खालसा, वाहिगुरु जी की फतेह। सारियां संगतां दा धन्नवाद जी। भुल चुक दी खिमा। बेनती फिर एक बारी रीइटरेट कर रहा कि if possible then try